दुख में दुख नहीं माने, दुख में दुख नहीं माने। वाहिगुरु। सूरसो पहचानिए झोलर दीन के है, झोलर दीन के है। सूरसो पहचानिए झोलर दीन के हेत, झोलर दीन के हेत। पुरजा पुरजा कट मरे, पुरजा पुरजा कट मरे। कबहू न छाटे खेत, कबहू न छाटे खेत। सूरसो पहचानिए झोलर दीन के हेत, झोलर दीन के हेत। सूरसो पहचानिए इनके हेत, झोलर दीन के हेत। जो तो प्रेम खिलन का चाओ, जो तो प्रेम खिलन का चाओ। सिर तारतली गली मेरी आओ, सिर तारतली गली मेरी आओ। इतमार्ग पैर तरी जय, इतमार्ग पैर तरी जय। सिर दीजे कान न कीजे, सिर दीजे कान न कीजे, सिर दीजे कान न कीजे, सिर दीजे कान न कीजे। सूरसो पहचानिए झोलर दीन के हेत, झोलर दीन के हेत। सूरसो पहचानिए झोलर दीन के हेत, झोलर दीन के हेत। पहला मरण कबूल, पहला मरण कबूल। जीवन की छठ आस, जीवन की छठ आस। हो सबना की रेणुका, हो सबना की रेणुका। तो आओ हमारे पास, तो आओ हमारे पास, तो आओ हमारे पास, तो आओ हमारे पास। सूरसो पहचानिए झोलर दीन के हेत, झोलर दीन के हेत। सूरसो पहचानिए झोलर दीन के हेत, झोलर दीन के हेत।
ਗਵੰਦ ਮਾਮਾ ਬਾਜਿਓ, ਗਵੰਦ ਮਾਮਾ ਬਾਜਿਓ, ਪਰਿਓ ਨਿਸ਼ਾਨ ਕਾਓ, ਪਰਿਓ ਨਿਸ਼ਾਨ ਕਾਓ, ਖੇਜੂ ਮਾਂਡਿਓ ਸੂਰਮਾ, ਖੇਜੂ ਮਾਂਡਿਓ ਸੂਰਮਾ, ਆਪ ਜੂਜਨ ਕੋ ਦਾਓ, ਆਪ ਜੂਜਨ ਕੋ ਦਾਓ, ਆਪ ਜੂਜਨ ਕੋ ਦਾਓ, ਆਪ ਜੂਜਨ ਕੋ ਦਾਓ, सूरा सो पहचानिए झूलर दीन के हेत, झूलर दीन के हेत, सूरा सो पहचानिए झूलर दीन के हेत, झूलर दीन के हेत, पुरजा पुरजा कट मरे, पुरजा पुरजा कट मरे, कबहू न छाड़े खेत, कबहू न छाड़े खेत, सूरा सो पहचानिए झूलर दीन के हेत, झूलर दीन के हेत, सूरा सो पहचानिए झूलर दीन के हेत, झूलर दीन के हेत, झूलर दीन के हेत, झूलर दीन के हेत, वाहिगुरु। तेग बहादुर सिमरे, तेग बहादुर सिमरे, कारणों ने दुआवे ताए, कारणों ने दुआवे ताए, कारणों ने दुआवे ताए, कारणों ने दुआवे ताए, सब थाई होए सहाय, सब थाई होए सहाय, सब थाई होए सहाय, सब थाई होए सहाय, तेग बहादुर सिमरे, तेग बहादुर सिमरे, तेग बहादुर सिमरे, वाहिगुरु। वड्डा तेरा दरबार सच्चा तुद तखत, सिर शाह पातशाह, नेह चल चौर छात, पौड़ी बड़ी वड्डा पार तेरा मर्तबा, रंग रंग अनेक न जापन करतबा, जी अंदर जी सब कुछ जाला, सब कुछ तेरे वास्ते रखा भला, तेरा कारण आनंद बधाई दूध कर, मान महता तेज अपना अवजर, सर्ब कला भरपूर दिसे जत कथा, नानक दासन दास तुद आगे बिनवता, वाहिगुरु। पौड़ी वड्डी वड्डाया पार तेरा मर्तबा, रंग प्रांग अनेक ना जापन करतबा, जिया अंदर जियो सब कुछ जाला, सब कुछ तेरे वास्ते रख हर भला, तेरे कर आनंद ਵਧਾਈ ਤੁਧ ਕਰ ਮਾਨ ਮਹੱਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਕਤਾ ਨਾਨਕ ਦਾਸਨ ਦਾਸ ਤੁਧ ਆਗੇ ਬਿਨਵਤਾ ਸਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇੰਦਾਈ ਦਾਇਆ ਖੇਲੇ ਸਗਲ ਜਗਤ
ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ। ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ। ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ। ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ। ਸ਼੍ਰੀ ਹਰਿ ਰਾਏ ਨਮੋ ਕਰ। ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲ। ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋ ਤਰਾ ਪਰ ਪੁਨ ਪੁਨ ਸੀਸਾ ਜੀ। ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬੇਗਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ। ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ।
ਨਿਤ ਪ੍ਰਕਾਸ਼ ਸ਼੍ਰੀ ਗੁਰ ਚਰਨ, ਪ੍ਰਗਟ ਸੋਪਾਨ ਸਮਾਨ। ਨਿਖਲ ਦ્વੈਤ ਤਮ ਹਰਨ ਕੋ, ਸ਼ਰਨ ਸਦਾ ਸੁਖ ਦਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ, ਹਾਜ਼ਰਾਂ ਹਜ਼ੂਰ, ਜ਼ਾਹਰਾਂ ਜਹੂਰ, ਸਰਬ ਕਲਾ ਭਰਪੂਰ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ 'ਚ ਜੁੜ ਬੈਠੇ ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ ਕੇ ਨਿਤਾ ਪ੍ਰਤੀ ਗਰੀਬ ਨਵਾਜ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਸਥਾਨ ਤੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦਾ ਕੁਝ ਕੀਮਤੀ ਸਮਾਂ ਸਤਿਗੁਰਾਂ ਦੇ ਲੇਖੇ ਲਾ ਕੇ ਸਫਲ ਔਰ ਸਕਾਰਤਾ ਕਰਦੇ ਹੋ। ਕਲਗੀਆਂ ਵਾਲੇ ਚੋਜੀ ਪ੍ਰੀਤਮ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਔਰ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਔਰ ਸਤਿਗੁਰਾਂ ਦੇ ਸਤਿਕਾਰਯੋਗ ਮਾਤਾ ਗੁਜਰੀ ਜੀ, ਗੰਗੂ ਬ੍ਰਾਹਮਣ ਕੁੰਮੇ ਮਾਸ਼ਕੀ ਦੇ ਘਰੋਂ ਸਾਹਿਬਜ਼ਾਦਿਆਂ ਨੂੰ ਔਰ ਮਾਤਾ ਜੀ ਨੂੰ ਨਾਲ ਲੈ ਕੇ ਸਹੇੜੀ ਨਗਰ 'ਚ ਪਹੁੰਚੇ। ਸਹੇੜੀ ਨਗਰ ਦੇ ਵਿੱਚ ਰਾਤ ਸਾਹਿਬਜ਼ਾਦਿਆਂ ਦਾ ਮਾਤਾ ਜੀ ਦਾ ਆਪਣੇ ਘਰ 'ਚ ਨਿਵਾਸ ਕੀਤਾ। ਸੁੱਕੀਆਂ ਰੋਟੀਆਂ ਸਾਹਿਬਜ਼ਾਦਿਆਂ ਦੇ ਅੱਗੇ ਪਰੋਸੀਆਂ। ਜਿਹਨਾਂ ਸੁੱਕੀਆਂ ਰੋਟੀਆਂ ਨੂੰ ਵੇਖ ਕੇ ਬਾਬਾ ਜੀ ਨੇ ਬਚਨ ਕਹੇ, ਮਾਤਾ ਜੀ ਇਹੋ ਜਿਹੇ ਪ੍ਰਸ਼ਾਦੇ ਤਾਂ ਸਾਡੇ ਘਰ ਦੇ ਕੂਕਰ ਵੀ ਨਹੀਂ ਖਾਂਦੇ, ਅਸੀਂ ਕਿਵੇਂ ਛਕੀਏ? ਰਾਤ ਭੁੱਖਿਆਂ ਬਤੀਤ ਕੀਤੀ ਜੋ ਰਾਤ ਲੰਘ ਕੇ ਗਈ ਹੈ। ਔਰ ਰਾਤ ਦੇ ਸਮੇਂ ਮਾਤਾ ਜੀ ਦੀ ਖੁਰਜੀ ਦੇ ਵਿੱਚ ਜੋ ਸੋਨੇ ਦੀਆਂ ਸ਼ਰਫੀਆਂ ਸਨ ਉਹ ਗੰਗੂ ਨੇ ਲੁਕੋ ਲਈਆਂ। ਰੌਲਾ ਪਾ ਕੇ ਕਹਿੰਦਾ, ਜੀ ਚੋਰ ਆ ਗਏ ਨੇ, ਚੋਰ ਆ ਗਏ ਨੇ। ਮਾਤਾ ਜੀ ਜਾਣਦੇ ਸਨ ਕਿ ਕਰਤੂਤ ਗੰਗੂ ਦੀ ਹੈ। ਮਾਤਾ ਜੀ ਕਹਿੰਦੇ, ਗੰਗੂ ਰੌਲਾ ਕਿਉਂ ਪਾਉਣਾ ਹੈ? ਤੇਰੇ ਬਿਨਾਂ ਕੌਣ ਹੈ ਇੱਥੇ? ਮਲੇਸ਼ ਨੇ ਅਗਲੇ ਦਿਨ ਮਰਿੰਡੇ ਆ ਕੇ, ਮਰਿੰਡੇ ਦੇ ਜਿਹੜੇ ਹਾਕਮ ਸਨ, ਇੱਕ ਦਾ ਨਾਂ ਸੀ ਜਾਨੀ ਖਾਂ ਤੇ ਦੂਜੇ ਦਾ ਨਾਂ ਸੀ ਮਾਨੀ ਖਾਂ। ਇਹ ਦੋ ਕੋਤਵਾਲ ਸਨ। ਇਹਨਾਂ ਦੋਨਾਂ ਕੋਤਵਾਲਾਂ ਦੇ ਕੋਲ ਆ ਕੇ ਸਾਹਿਬਜ਼ਾਦਿਆਂ ਦੀ ਖਬਰ ਦਿੱਤੀ ਕਿ ਗੁਰੂ ਸਾਹਿਬ ਜੀ ਦੇ ਬੱਚੇ ਤੇ ਮਾਤਾ ਜੀ ਮੇਰੇ ਕੋਲ ਹਨ। ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ, ਮਾਤਾ ਜੀ ਨੂੰ ਨਾਲ ਲੈ ਕੇ ਗ੍ਰਿਫਤਾਰ ਕਰਕੇ ਦੁੰਨਾ ਸਿੰਘ ਹੰਡੂਰੀਆ ਲਿਖਦਾ ਹੈ ਕਿ ਸਾਹਿਬਜ਼ਾਦਿਆਂ ਨੂੰ ਬੋਰੀ 'ਚ ਬੰਦ ਕੀਤਾ ਗਿਆ। ਬੇੜੀਆਂ ਪਾਈਆਂ ਗਈਆਂ ਛੋਟੇ ਛੋਟੇ ਲਾਲਾਂ ਦੇ ਸਰੀਰਾਂ ਤੇ ਔਰ ਗੱਡੇ ਤੇ ਲੱਦ ਕੇ ਮਰਿੰਡੇ ਲੈ ਕੇ ਆਏ। ਜਿਹੜੀ ਰਾਤ ਲੰਘ ਕੇ ਗਈ ਹੈ, ਇੱਕ ਰਾਤ ਮਰਿੰਡੇ ਰਹੇ ਹਨ। ਔਰ ਅੱਜ ਦੇ ਦਿਨ ਜਾਨੀ ਖਾਂ ਤੇ ਮਾਨੀ ਖਾਂ ਨੇ ਸੂਬੇ ਸਰਹੰਦ ਨੂੰ ਸੁਨੇਹਾ ਭੇਜਿਆ ਕਿ ਗੁਰੂ ਜੀ ਦੇ ਬੱਚੇ ਤੇ ਗੁਰੂ ਸਾਹਿਬ ਜੀ ਦੇ ਮਾਤਾ ਜੀ ਸਾਡੇ ਕੋਲ ਹਨ। ਤਾਂ ਸੂਬੇ ਸਰਹੰਦ ਨੇ ਆਪਣੇ ਪਾਸ ਸੱਦ ਲਿਆ। ਜਿਹੜੀ ਅੱਜ ਆ ਰਾਤ ਆਉਣੀ ਹੈ, ਅੱਜ ਦੀ ਰਾਤ ਗੁਰੂ ਸਾਹਿਬ ਜੀ ਦੇ ਲਾਲਾਂ ਨੂੰ ਔਰ ਸਤਿਕਾਰਯੋਗ ਮਾਤਾ ਜੀ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਗਿਆ। ਪਿਛਲੇ ਤਕਰੀਬਨ 3-4 ਦਿਨਾਂ ਤੋਂ ਸਾਹਿਬਜ਼ਾਦਿਆਂ ਨੇ ਕੁਝ ਵੀ ਗ੍ਰਹਿਣ ਨਹੀਂ ਸੀ ਕੀਤਾ, ਭੋਜਨ ਨਹੀਂ ਸੀ ਛਕਿਆ। ਅੱਜ ਰਾਤ ਜਦੋਂ ਸਾਹਿਬਜ਼ਾਦੇ ਇੱਥੇ ਆਏ, ਗੁਰੂ ਘਰ ਦੇ ਸੇਵਕ ਭਾਈ ਮੋਤੀ ਰਾਮ ਜੀ ਮਹਿਰਾ ਜੀ ਨੂੰ ਪਤਾ ਲੱਗਾ। ਰਾਤ ਨੂੰ ਦੁੱਧ ਗਰਮ ਕੀਤਾ। ਆਪਣੀ ਘਰਵਾਲੀ ਦੇ ਕੁਝ ਆਭੂਸ਼ਣ ਗਹਿਣੇ ਸਨ, ਉਹ ਸਿਪਾਹੀਆਂ ਨੂੰ ਲਾਲਚ ਵਜੋਂ, ਰਿਸ਼ਵਤ ਵਜੋਂ ਦੇ ਕੇ
ਸਾਹਿਬਜ਼ਾਦਿਆਂ ਨੂੰ ਔਰ ਮਾਤਾ ਜੀ ਨੂੰ ਅੱਜ ਰਾਤ ਦੁੱਧ ਛਕਾਉਣ ਦੀ ਸੇਵਾ ਕੀਤੀ, ਜਿਸ ਦੇ ਬਦਲੇ ਭਾਈ ਮੋਤੀ ਰਾਮ ਮਹਿਰਾ ਜੀ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਨੂੰ ਕੋਲੂ 'ਚ ਭੀੜ ਕੇ ਸ਼ਹੀਦ ਕਰ ਦਿੱਤਾ ਗਿਆ। ਧੰਨ ਗੁਰੂ ਕੇ ਲਾਲ ਠੰਡੇ ਬੁਰਜ ਦੇ ਵਿੱਚ ਨੇ, ਰਾਤ ਦਾ ਸਮਾਂ ਹੈ। ਸਤਿਕਾਰਯੋਗ ਮਾਤਾ ਗੁਜਰੀ ਜੀ ਨੇ ਆਪਣੀ ਬੁੱਕਲ ਦੇ ਵਿੱਚ ਦੋਨੋਂ ਸਾਹਿਬਜ਼ਾਦਿਆਂ ਨੂੰ ਲਿਆ ਔਰ ਗੁਰੂ ਘਰ ਦਾ ਇਤਿਹਾਸ, ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਲਾਸਾਨੀ ਸ਼ਹਾਦਤ, ਉਹ ਮਾਤਾ ਜੀ ਸਾਹਿਬਜ਼ਾਦਿਆਂ ਨੂੰ ਸਰਵਣ ਕਰਵਾ ਰਹੇ ਹਨ। ਨਿਰੰਕਾਰ ਦੇ ਰੰਗਾਂ ਵਿੱਚ ਰੰਗੇ ਹੋਏ ਸਾਹਿਬਜ਼ਾਦੇ ਔਰ ਮਾਤਾ ਜੀ ਠੰਡੇ ਬੁਰਜ ਵਿੱਚ ਹਨ। ਉਧਰ ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮਾਛੀਵਾੜੇ ਨਗਰ ਦੇ ਵਿੱਚ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਸ਼ਬਦ ਉਚਾਰਨ ਕਰ ਰਹੇ ਨੇ। ਗੁਲਾਬੇ ਮਸੰਦ ਦੇ ਘਰ ਵਿੱਚ ਸਤਿਗੁਰਾਂ ਨੇ ਡੇਰਾ ਲਾਇਆ ਹੈ। ਧੰਨ ਗੁਰੂ ਕੇ ਲਾਲ, ਧੰਨ ਸਤਿਗੁਰੂ ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਸਾਡੇ ਵਾਸਤੇ ਇਹੋ ਜਿਹਾ ਮਹਾਨ ਇਹ ਪਰਉਪਕਾਰ ਕਰਦਿਆਂ ਪਾਤਸ਼ਾਹ ਨੇ ਵੱਡੀਆਂ ਭਾਰੀਆਂ ਕੁਰਬਾਨੀਆਂ ਕੀਤੀਆਂ ਹਨ। ਆਪਣਾ ਸਾਰਾ ਸਰਬੰਸ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਡੇ ਤੋਂ ਕੁਰਬਾਨ ਕੀਤਾ ਹੈ। ਕਲਗੀਆਂ ਵਾਲੇ ਚੋਜੀ ਪ੍ਰੀਤਮ ਸਾਹਿਬੇ ਕਮਾਲ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹੱਕ ਰਾ ਗੰਜੋਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਨੂਰ ਹਰ ਦਰ ਚਸ਼ਮ ਗੁਰੂ ਗੋਬਿੰਦ ਸਿੰਘ ਰੂਹੂ ਹਰ ਦਰ ਜਿਸਮ ਗੁਰੂ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਤੇ ਬਾਰੰਬਾਰ ਨਮਸਕਾਰ ਹੈ, ਬਾਰੰਬਾਰ ਕੋਟੀ ਕੋਟੀ ਪ੍ਰਣਾਮ ਹੈ। ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਾਵਨ ਇਤਿਹਾਸ ਦੀ ਲੜੀਵਾਰ ਕਥਾ ਆਪ ਜੀ ਬਹੁਤ ਹੀ ਅਦਬ ਸਤਕਾਰ ਸ਼ਰਧਾ ਭਾਵਨਾ ਸਹਿਤ ਸਰਵਣ ਕਰ ਰਹੇ ਹੋ। ਸੁਲਤਾਨਪੁਰ ਸਾਹਿਬ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਵਿਰਾਜਮਾਨ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਦੌਲਤ ਖਾਨ ਕਹਿੰਦਾ, ਜੀ ਆਓ ਮੇਰੇ ਨਾਲ ਚੱਲ ਕੇ ਨਮਾਜ਼ ਪੜ੍ਹੋ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਚੱਲ ਦੌਲਤ ਖਾਨ ਅਸੀਂ ਚੱਲਦੇ ਹਾਂ। ਜਿੱਥੇ ਅਨੇਕਾਂ ਮੁਸਲਮਾਨ ਇਕੱਠੇ ਸੀ, ਜੁਮੇ ਦੀ ਨਮਾਜ਼ ਦਾ ਦਿਨ ਹੈ, ਸੁਲਤਾਨਪੁਰ ਸਾਹਿਬ ਦੇ ਅਨੇਕਾਂ ਲੋਕ ਆਣ ਇਕੱਤਰ ਹੋਏ ਨੇ, ਜਿਨ੍ਹਾਂ ਦੇ ਮਨ ਵਿੱਚ ਇਸ ਤਰ੍ਹਾਂ ਦਾ ਡਰ ਤੇ ਸਹਿਮ ਹੈ, ਜਾਪਦਾ ਨਾਨਕ ਕਿਤੇ ਇਸਲਾਮ ਕਬੂਲ ਕਰ ਲੈਣਗੇ। ਪਰ ਉਹ ਲੋਕ ਨਹੀਂ ਸਨ ਜਾਣਦੇ ਕਿ ਸਤਿਗੁਰੂ ਜੀ ਇਹਨਾਂ ਨੂੰ ਸਦਬੁੱਧੀ ਸਮੱਤ ਦੇਣ ਆਏ ਨੇ। ਇਧਰ ਭਾਈਆ ਜੈ ਰਾਮ ਜੀ ਬੜੇ ਚਿੰਤਤ ਨੇ। ਬੇਬੇ ਨਾਨਕੀ ਨੇ ਹੌਸਲਾ ਦਿੱਤਾ ਹੈ, ਪਤੀ ਦੇਵ ਜੀ ਜੇ ਮੇਰਾ ਵੀਰ ਉਸ ਮਸੀਤ ਵਿੱਚ ਗਿਆ ਤਾਂ ਉੱਥੇ ਵੀ ਉਹਨਾਂ ਭੁੱਲਣਾ ਨੂੰ ਸਿੱਧੇ ਮਾਰਗ ਪਾਉਣ ਵਾਸਤੇ ਗਏ ਹਨ। ਨਹੀਂ ਯਕੀਨ ਤੇ ਆਪਣੇ ਪੁਰੋਹਿਤ ਨੂੰ ਭੇਜੋ, ਜਿਹੜਾ ਜਾ ਕੇ ਉੱਥੇ ਸਭ ਕੁਝ ਵੇਖ ਆਵੇ। ਭਾਈਏ ਜੈ ਰਾਮ ਨੇ ਆਪਣੇ ਘਰ ਦੇ ਪੁਰੋਹਿਤ ਨਿੱਧੇ ਪੁਰੋਹਿਤ ਨੂੰ ਭੇਜਿਆ। ਅੱਗੇ ਭੀੜ ਬਹੁਤ ਜ਼ਿਆਦਾ ਸੀ, ਮਸੀਤ ਵਿੱਚ ਅੰਦਰ ਪੈਰ ਧਰਨ ਨੂੰ ਥਾਂ ਨਹੀਂ ਸੀ। ਅੰਦਰ ਤਾਂ ਨਹੀਂ ਜਾ ਸਕੇ, ਪਰ ਬਾਹਰ ਖਲੋ ਕੇ ਵੇਖ ਰਹੇ ਨੇ। ਗੁਰੂ ਸਾਹਿਬ ਨਜ਼ਰੀ ਨਹੀਂ ਆਉਂਦੇ, ਬਹੁਤ ਸਾਰਾ ਇਕੱਠ ਹੈ। ਖਬਰੇ ਹੁਣ ਕੀ ਹੋਵੇਗਾ। ਜਿੱਥੇ ਸਤਿਗੁਰੂ ਜੀ ਨੇ ਚੋਜ ਵਰਤਾਇਆ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ, ਉੱਥੇ ਸਤਿਗੁਰਾਂ ਦਾ ਪਾਵਨ ਸਥਾਨ ਗੁਰਦੁਆਰਾ ਅੰਤਰਯਾਮਤਾ ਸਾਹਿਬ ਹੈ, ਸੁਭਾਏਮਾਨ ਹੈ, ਜਿੱਥੇ ਗੁਰਦੇਵ ਨੇ ਸੱਚੀ ਨਮਾਜ਼ ਦਾ ਉਪਦੇਸ਼ ਦਿੱਤਾ ਸੀ। ਤਕਰੀਬਨ ਆਪਣੇ ਜੀਵਨ ਦੇ 14 ਸਾਲ ਦਾ ਸਮਾਂ ਸਤਿਗੁਰੂ ਜੀ ਨੇ ਸੁਲਤਾਨਪੁਰ ਸਾਹਿਬ ਬਤੀਤ ਕੀਤਾ। ਇੱਕ ਦਹਾਕੇ ਤੋਂ ਵੱਧ ਸਮਾਂ 14 ਸਾਲ ਮਹਾਰਾਜ ਜੀ ਇੱਥੇ ਰਹੇ ਨੇ। ਗਰੀਬ ਨਵਾਜ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ 14 ਸਾਲ ਇੱਥੇ ਰਹੇ। ਇਸੇ ਕਰਕੇ ਗੁਰੂ ਕੇ ਸਿੱਖ ਜਦੋਂ ਦੀ ਦੇਸ਼ ਦੀ ਵੰਡ ਹੋਈ, ਪੰਜਾਬ ਦੀ ਵੰਡ ਹੋਈ, ਸੁਲਤਾਨਪੁਰ ਸਾਹਿਬ ਜੀ ਨੂੰ ਗੁਰੂ ਕੇ ਸਿੱਖ ਨਨਕਾਣਾ ਸਾਹਿਬ ਜਾਣ ਕਰਕੇ ਅਦਬ ਸਤਕਾਰ ਕਰਦੇ ਨੇ। ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਬਕਾਇਦਾ ਸਮੁੱਚਾ ਖਾਲਸਾ ਪੰਥ, ਸਮੁੱਚੀਆਂ ਜਥੇਬੰਦੀਆਂ ਸੁਲਤਾਨਪੁਰ ਸਾਹਿਬ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਮਨਾਉਂਦੀਆਂ ਹਨ। ਆਓ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਬਿਰਤੀਆਂ ਕੇਂਦਰਿਤ ਕਰੀਏ। ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ
ਰਸਨਾ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨਿਤ ਪ੍ਰਕਾਸ਼ ਸ਼੍ਰੀ ਗੁਰ ਚਰਨ, ਪ੍ਰਗਟ ਸੁਭਾਨ ਸਮਾਨ। ਮਾਂ ਕਵੀ ਜੀ ਨਵਾਂ ਅਧਿਆਏ ਪ੍ਰਾਰੰਭ ਕਰ ਰਹੇ ਨੇ, ਅਗਲਾ ਪ੍ਰਸੰਗ। ਇਸ ਕਰਕੇ ਮੰਗਲਾਚਰਨ ਕਰਦੇ ਹਨ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਜੋ ਚਰਨ ਨੇ ਨੇਤੀ ਪ੍ਰਕਾਸ਼ ਰੂਪ ਨੇ। ਸੂਰਜ ਦਾ ਪ੍ਰਕਾਸ਼ ਕਿਸੇ ਸਮੇਂ ਦੇ ਦਾਇਰੇ ਵਿੱਚ ਵੱਧ ਹੈ ਕਿ ਇੰਨੇ ਕੁ ਸਮੇਂ ਵਿੱਚ ਇਹਨੇ ਨਿਕਲਣਾ, ਇੰਨੇ ਕੁ ਸਮੇਂ ਬਾਅਦ ਛਿਪ ਜਾਣਾ। ਗੁਰੂ ਸਾਹਿਬ ਦੇ ਜੋ ਚਰਨ ਨੇ ਉਹ ਨੇਤੀ ਪ੍ਰਕਾਸ਼ ਰੂਪ ਨੇ। ਭਾਨ ਦੇ ਸਮਾਨ, ਸੂਰਜ ਦੇ ਸਮਾਨ ਚਾਨਣਾ ਕਰਦੇ ਹਨ। ਜਿਸ ਗੁਰਸਿੱਖ ਦੇ ਹਿਰਦੇ 'ਚ ਗੁਰੂ ਸਾਹਿਬ ਦੇ ਚਰਨ ਵਸਦੇ ਨੇ, ਉਸ ਗੁਰਸਿੱਖ ਦੇ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਗਿਆਨ ਦਾ ਸੂਰਜ ਚੜ੍ਹ ਜਾਂਦਾ ਹੈ। ਨਿਖਲ ਦ્વੈਤ ਤਮ ਹਰਨ ਕੋ, ਸ਼ਰਨ ਸਦਾ ਸੁਖ ਦਾਨ। ਨਿਖਲ ਕਹਿੰਦੇ ਆ ਸਾਰੀ ਅਗਿਆਨਤਾ ਦੇ ਤਮ ਨੂੰ, ਹਨੇਰੇ ਨੂੰ ਸਤਿਗੁਰੂ ਜੀ ਦੇ ਚਰਨ ਦੂਰ ਕਰਨ ਦੀ ਸਮਰੱਥਾ ਰੱਖਦੇ ਨੇ, ਜੋ ਦੁੱਖਾਂ ਦਾ ਨਾਸ ਕਰਨ ਵਾਲੇ ਔਰ ਸੁੱਖਾਂ ਦਾ ਦਾਨ ਦੇਣ ਵਾਲੇ ਹਨ। ਐਸੇ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਚਰਨਾਂ ਦੀ ਮੈਂ ਸ਼ਰਨ ਵਿੱਚ ਹਾਂ, ਐਸੇ ਸਤਿਗੁਰਾਂ ਦੇ ਚਰਨਾਂ ਦੀ ਮੈਂ ਪਨਾਹ ਵਿੱਚ ਹਾਂ। ਸ਼੍ਰੀ ਬਾਲਾ ਸੰਧੂ ਆਚ। ਭਾਈ ਸਾਹਿਬ ਭਾਈ ਬਾਲਾ ਜੀ ਇਹ ਸਾਰੀ ਜਨਮ ਸਾਖੀ ਗੁਰੂ ਅੰਗਦ ਦੇਵ ਸਾਹਿਬ ਦੇ ਦਰਬਾਰ ਵਿੱਚ ਬੈਠੇ ਸ੍ਰੀ ਖਡੂਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦਰਬਾਰ ਵਿੱਚ ਸਰਵਣ ਕਰਵਾ ਰਹੇ ਹਨ। ਅੜਿਲ ਸੁੰਦਰ ਅਧਿਕ ਮਸੀਤ, ਚਿਤਰ ਪਿਤ ਜਾਨੀਏ। ਸਤਿਗੁਰੂ ਜੀ ਦੌਲਤ ਖਾਨ ਦੇ ਨਾਲ ਐਸੀ ਮਸੀਤ ਵਿੱਚ ਆਏ ਨੇ। ਮਸੀਤ ਕਿਹੋ ਜੀ ਹੈ? ਕਹਿੰਦੇ ਜੀ ਮਸੀਤ ਬੜੀ ਸੋਹਣੀ ਬਣੀ ਹੋਈ ਹੈ, ਇਤਨੀ ਸੁੰਦਰ ਹੈ ਕਿ ਉਹਦੇ ਤੇ ਅਨੇਕ ਪ੍ਰਕਾਰ ਦੀਆਂ ਚਿੱਤਰਕਾਰੀਆਂ ਕੀਤੀਆਂ ਹੋਈਆਂ ਨੇ ਕੰਧਾਂ ਤੇ। ਭੀਤ ਕਹਿੰਦੇ ਆ ਕੰਧ ਨੂੰ। ਜਿੰਨੀਆਂ ਮਸੀਤ ਦੀਆਂ ਕੰਧਾਂ ਨੇ, ਉਹਨਾਂ ਕੰਧਾਂ ਦੇ ਉੱਤੇ ਅਨੇਕ ਪ੍ਰਕਾਰ ਦੀਆਂ ਚਿੱਤਰਕਾਰੀਆਂ ਕੀਤੀਆਂ ਹੋਈਆਂ ਨੇ। ਜਾਮੀ ਕਰ ਜੇ ਲਿਖਿਓ ਦਿਪਤ ਪਹਿਚਾਨੀਏ। ਇੱਥੇ ਹੀ ਬਸ ਨਹੀਂ, ਅੰਦਰ ਸੋਨੇ ਦੀ ਵੀ ਕਢਾਈ ਕੱਢੀ ਹੋਈ ਹੈ ਕਈ ਥਾਵਾਂ ਤੇ, ਜਿਹੜੀਆਂ ਚਿੱਤਰਕਾਰੀਆਂ ਕੀਤੀਆਂ। ਕਿਉਂਕਿ ਸੁਲਤਾਨਪੁਰ ਸਾਹਿਬ ਨਗਰ ਬੜਾ ਪੁਰਾਣਾ ਨਗਰ ਹੈ, ਬਹੁਤ ਪੁਰਾਣਾ ਨਗਰ ਹੈ। ਤੋ ਪੁਰਾਣਾ ਨਗਰ ਹੋਣ ਕਰਕੇ ਇੱਥੇ ਬੜਾ ਵੱਡੇ ਵਪਾਰ ਦੇ ਕੇਂਦਰ ਰਹੇ ਨੇ ਸੁਲਤਾਨਪੁਰ ਸਾਹਿਬ। ਜਦੋਂ ਬਾਅਦ ਵਿੱਚ ਸ਼ੇਰ ਸ਼ਾਹ ਸੂਰੀ ਮਾਰਗ ਬਣਿਆ, ਉਦੋਂ ਥੋੜਾ ਜਿਹਾ ਵੱਖਰਾ ਹੋ ਗਿਆ। ਨਹੀਂ ਤਾਂ ਪਹਿਲਾਂ ਇੱਥੇ ਸੁਲਤਾਨਪੁਰ ਸਾਹਿਬ ਕਿਸੇ ਸਮੇਂ ਬੜੇ ਵੱਡੇ ਪੱਧਰ ਤੇ ਵਪਾਰ ਹੁੰਦਾ ਸੀ, ਪੁਰਾਣਾ ਨਗਰ ਹੈ। ਤੋ ਸੁਲਤਾਨਪੁਰ ਸਾਹਿਬ ਦੇ ਵਿਖੇ ਮਹਾਰਾਜ ਜੀ ਜਿੱਥੇ ਮਸੀਤ ਵਿੱਚ ਗਏ ਨੇ, ਮਸੀਤ ਬੜੀ ਪੁਰਾਣੀ ਸੁੰਦਰ ਬਣੀ ਹੋਈ ਹੈ। ਉਹਦੇ ਵਿੱਚ ਜਿੱਥੇ ਚਿੱਤਰਕਾਰੀਆਂ ਕੀਤੀਆਂ ਨੇ ਕੰਧ ਤੇ, ਵਿੱਚ ਸੋਨੇ ਦੀ ਕਈ ਥਾਵਾਂ ਦੇ ਉੱਤੇ ਕਢਾਈ ਕੱਢੀ ਹੋਈ, ਉਹਨੂੰ ਚਾਮੀ ਕਰ ਕਹਿੰਦੇ ਆ। ਚਾਮੀ ਕਰ ਦਾ ਮਤਲਬ ਹੁੰਦਾ ਸੋਨਾ। ਸੋਨੇ ਦੀਆਂ ਕਢਾਈਆਂ ਦੇ ਵੇਲ ਬੂਟੀਆਂ ਪਾਏ ਹੋਏ ਨੇ। ਤਹਾਂ ਜਾਏ ਪਾਠਾਂਡ ਜੋ ਖਾਨ ਨਿਰਪਾਲ ਸੋ। ਦੌਲਤ ਖਾਨ ਐਸੀ ਮਸੀਤ ਵਿੱਚ ਜਾ ਕੇ ਖਲੋ ਗਿਆ। ਇਹਦੇ ਨਾਲ ਇਹਦੇ ਕਾਜੀ ਖੜੇ ਨੇ, ਇਹਦੇ ਨਾਲ ਦੇ ਭਾਈਚਾਰੇ ਦੇ ਜਿਹੜੇ ਇਹਦੇ ਲੋਕ ਸਨ ਉਹ ਵੀ ਖੜੇ ਹਨ। ਉਹ ਸਭਾ ਆਪਨੀ ਸਹਿਤ ਜੇ ਬੈਸ ਵਿਸਾਲ ਸੋ। ਦੌਲਤ ਖਾਨ ਦੇ ਜਿੰਨੇ ਵੀ ਸਭਾ ਦੇ ਮੈਂਬਰ ਸੀ, ਵਜ਼ੀਰ ਸੀ, ਅਹਿਲਕਾਰ ਸੀ, ਜਿਹੜੇ ਇਹਦੇ ਤੋਂ ਉਮਰ ਕਰਕੇ ਵੀ ਵੱਡੇ ਬਜ਼ੁਰਗ ਸਨ, ਉਹ ਸਾਰੇ ਦੌਲਤ ਖਾਨ ਦੇ ਸਮੇਤ ਆਏ ਹੋਏ ਨੇ। ਸ਼੍ਰੀ ਨਾਨਕ ਜੀ ਸੰਗ ਗਿਆਨ ਕਨ ਰੂਪ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵੀ ਨਾਲ ਆਏ ਨੇ, ਜੋ ਗਿਆਨ ਦਾ ਘਨਾਨੰਦ ਸਵਰੂਪ ਹਨ, ਜੋ ਘਣੇ ਆਨੰਦ ਵਿੱਚ ਟਿਕੇ ਹੋਏ ਗਿਆਨ ਦਾ ਸਵਰੂਪ ਬਣ ਕੇ ਕੋਲ ਖੜੇ ਹਨ। ਬਿਕਸਿਓ ਕਮਲ ਵਿਸਾਲ ਸੋ ਬਦਨੇ ਅਨੂਪ ਹੈ। ਸਤਿਗੁਰੂ ਜੀ ਦਾ ਮੁਖ ਮੰਡਲ ਕਮਲ ਦੇ ਫੁੱਲ ਵਾਂਗੂ ਖਿੜਿਆ ਹੋਇਆ, ਬੜਾ ਹੀ ਸੁੰਦਰ ਹੈ। ਸਤਿਗੁਰਾਂ ਦਾ ਮੁਖ ਮੰਡਲ
ਕਮਲ ਦੇ ਫੁੱਲ ਵਾਂਗੂ ਮਹਾਰਾਜ ਜੀ ਦਾ ਚਿਹਰਾ ਵਿਗਸਿਆ ਹੋਇਆ, ਖਿੜਿਆ ਹੋਇਆ ਹੈ। ਹਰਕ ਸ਼ੋਕ ਜਿਨ ਨਹੀਂ ਆਨੰਦੈ ਏਕ ਰਸ। ਐਸੇ ਸਤਿਗੁਰੂ ਜੀ ਜਿਨ੍ਹਾਂ ਨੂੰ ਨਾ ਤਾਂ ਕੋਈ ਹਰਖ ਹੈ ਤੇ ਨਾ ਕੋਈ ਸੋਗ ਹੈ, ਇੱਕ ਸਮਾਨ ਬਿਰਤੀ ਰੱਖਦੇ ਨੇ ਸਤਿਗੁਰੂ ਜੀ। ਚਿੱਤ ਵਿੱਚ ਹਮੇਸ਼ਾ ਹੀ ਵਿਗਾਸ ਤੇ ਖੇੜਾ ਰਹਿੰਦਾ ਹੈ। ਜੋ ਪਾਵਨ ਜਪਜੀ ਸਾਹਿਬ ਦੀ ਪੰਕਤੀ ਗੁਰਦੇਵ ਨੇ ਉਚਾਰਨ ਕੀਤੀ ਹੈ, ਉਹ ਸਤਿਗੁਰੂ ਜੀ ਆਪਣੇ ਅੰਦਰ ਮਾਣਦੇ ਵੀ ਨੇ। ਐਸਾ ਨਹੀਂ ਕਿ ਕੱਲਾ ਰਸਨਾ ਤੋਂ ਆਖਿਆ ਹੀ ਹੈ, ਸਤਿਗੁਰੂ ਜੀ ਆਪਣੇ ਹਿਰਦੇ ਵਿੱਚ ਵੀ ਮਾਣਦੇ ਨੇ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਐਸਾ ਵਿਗਾਸ, ਐਸਾ ਖੇੜਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਹਿਰਦੇ ਵਿੱਚ ਬਣਿਆ ਹੋਇਆ ਹੈ। ਓ ਠਾਂਡੀ ਨ੍ਰਿਪ ਕੇ ਨਿਕਟ ਬਤਾਵਨ ਸੋ ਮਗ ਤਿਸ। ਦੌਲਤ ਖਾਨ ਰਾਜੇ ਦੇ ਕੋਲ ਖੜੇ ਨੇ ਸਤਿਗੁਰੂ ਜੀ ਉਹਨੂੰ ਮਾਰਗ ਦੱਸਣ ਵਾਸਤੇ। ਜਿਹੜਾ ਇਹ ਭੁੱਲਿਆ ਹੋਇਆ, ਭਟਕਿਆ ਹੋਇਆ, ਇਹਨੂੰ ਭੁੱਲੇ ਹੋਏ, ਭਟਕੇ ਹੋਏ ਨੂੰ ਮਾਰਗ ਪਾਉਣ ਵਾਸਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਲਾਗੇ ਖੜੇ ਹਨ। ਦੋਹਰਾ ਹਿੰਦੂ ਕੋਈ ਨ ਕਹਿ ਸਕੇ, ਤੁਰਕਨ ਤੇਜ ਵਿਸਾਲ। ਉੱਥੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਜਿਹੜੇ ਨੇ ਉਹ ਹਿੰਦੂ ਭਾਈਚਾਰੇ ਦੇ ਖੜੇ ਨੇ ਸੁਲਤਾਨਪੁਰ ਸਾਹਿਬ 'ਚ। ਕੁਝ ਮਹਾਰਾਜ ਜੀ ਦੇ ਸ਼ਰਧਾਲੂ ਸੇਵਕ ਨੇ, ਹੁਣ ਉਹ ਡਰੇ ਹੋਏ ਨੇ। ਉਹਨਾਂ ਦੇ ਅੰਦਰ ਹੌਸਲਾ ਨਹੀਂ ਕਿ ਦੌਲਤ ਖਾਨ ਨੂੰ ਆਖਣ ਵੀ ਤੂੰ ਏਦਾਂ ਨਾ ਕਰ, ਵੀ ਗੁਰੂ ਨਾਨਕ ਸਾਹਿਬ ਨੂੰ ਨਮਾਜ਼ ਪੜ੍ਹਨ ਕਿਉਂ ਲਾਉਣਾ ਤੂੰ ਨਾਲ? ਇਹ ਤੁਹਾਡਾ ਮੁਸਲਮਾਨਾਂ ਦਾ ਕੰਮ ਹੈ ਨਮਾਜ਼ ਪੜ੍ਹਨੀ, ਤੂੰ ਗੁਰੂ ਨਾਨਕ ਸਾਹਿਬ ਨੂੰ ਕਿਉਂ ਆਪਣੇ ਧਰਮ 'ਚ ਲਿਆਉਣਾ ਚਾਹੁੰਦਾ? ਹੁਣ ਉਹ ਹਿੰਦੂ ਜਿੰਨੇ ਖੜੇ ਨੇ ਉਹਨਾਂ 'ਚ ਹੌਸਲਾ ਨਹੀਂ ਕਿ ਉਸ ਮੁਸਲਮਾਨ ਨੂੰ ਜਵਾਬ ਦੇ ਸਕਣ ਜਾਂ ਉਹਨੂੰ ਕਹਿ ਸਕਣ। ਪਰਮੇਸ਼ਰ ਪਤ ਰਾਖਈ ਸਿਮਰੈ ਦੀਨ ਦਿਆਲ। ਉੱਥੇ ਉਹ ਜਿੰਨੇ ਵੀ ਲੋਕ ਖੜੇ ਨੇ ਮਨ ਹੀ ਮਨ ਰਜੋਈਆਂ ਕਰਦੇ, ਦੀਨਾਂ ਤੇ ਦਇਆ ਕਰਨ ਵਾਲੇ ਦਿਆਲੂ ਪਰਮੇਸ਼ਰ ਨੂੰ ਅਰਾਧਦੇ ਨੇ ਤੇ ਬੇਨਤੀਆਂ ਕਰਦਿਆਂ ਕਹਿੰਦੇ, ਅਕਾਲ ਪੁਰਖ ਜੀ ਹੁਣ ਤੁਸੀਂ ਪੱਤ ਰੱਖਣੀ ਹੈ ਸਾਡੀ, ਤੁਸੀਂ ਪੈਜ ਰੱਖਣੀ। ਹੁਣ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਸ ਦੀਨ ਦਿਆਲ ਪਰਮੇਸ਼ਰ ਅੱਗੇ ਅਰਦਾਸਾਂ ਕਰ ਰਹੇ ਨੇ ਉਹ ਤਾਂ ਗੁਰੂ ਨਾਨਕ ਰੂਪ ਹੋ ਕੇ ਇਹਨਾਂ ਦੇ ਸਾਹਮਣੇ ਹੀ ਖੜੇ ਹਨ। ਇਹ ਨਹੀਂ ਸੀ ਇਹਨਾਂ ਨੂੰ ਦਿਸਦਾ। ਇਹ ਕਹਿੰਦੇ, ਅਕਾਲ ਪੁਰਖ ਜੀ, ਦੀਨਾਂ ਤੇ ਦਇਆ ਕਰਨ ਵਾਲੇ ਵਾਹਿਗੁਰੂ ਜੀ, ਸਾਡੀ ਪੱਤ ਰੱਖ ਲਿਓ, ਗੁਰੂ ਨਾਨਕ ਸਾਹਿਬ ਜੀ ਦੀ ਪੱਤ ਰੱਖ ਲਿਓ। ਅੜਿਲ ਕਾਜੀ ਬੌਰ ਨਿਬਾਬ ਨੀਰਲੇ ਕਰਤਬੇ। ਕਾਜੀ ਤੇ ਮੌਲਵੀ ਤੇ ਨਵਾਬ ਦੌਲਤ ਖਾਨ ਤੇ ਦੇ ਨਾਲ ਦੇ ਸਾਥੀ ਨਮਾਜ਼ ਪੜ੍ਹਨ ਤੋਂ ਪਹਿਲਾਂ ਇਹਨਾਂ ਨੇ ਜਾ ਕੇ ਪਹਿਲਾਂ ਉਜ਼ੂ ਕੀਤਾ, ਕਿਉਂਕਿ ਇਹ ਵਜ਼ੂ ਕਰਦੇ ਨੇ, ਹੱਥ ਪੈਰ ਧੋਂਦੇ ਐ, ਕੂਣੀਆਂ ਤੱਕ ਬਾਹਾਂ ਧੋਣੀਆਂ, ਗੋਡਿਆਂ ਤੱਕ ਲੱਤਾਂ ਧੋਣੀਆਂ, ਨੱਕ ਦੇ ਵਿੱਚ ਉਂਗਲ ਮਾਰ ਕੇ ਪਾਣੀ ਦੇ ਨਾਲ ਨੱਕ ਧੋਣੀ, ਕੰਨ ਦੇ ਵਿੱਚ ਕੰਨ 'ਚ ਪਾਣੀ ਥੋੜਾ ਜਿਹਾ ਹੱਥ ਦੇ ਨਾਲ ਲਾ ਕੇ ਕੰਨ ਧੋਣੇ। ਇੱਦਾਂ ਇਹ ਉਜੂ ਕਰਦੇ ਹਨ। ਤੋ ਇਸ ਪ੍ਰਕਾਰ ਨਾਲ ਇਹ ਪਾਣੀ ਦੇ ਨਾਲ ਹੱਥ ਪੈਰ ਧੋਣ ਲੱਗੇ। ਕਰ ਅਰ ਚਰਨ ਪਖਾਰ ਕਰਿਓ ਸੁਧ ਤਨ ਸਬੇ। ਹੱਥ ਪੈਰ ਧੋ ਕੇ ਇਹਨਾਂ ਨੇ ਆਪਣੇ ਤਨ ਨੂੰ ਸ਼ੁੱਧ ਕੀਤਾ। ਠਾਂਡੇ ਦੋਨੋਂ ਹੋਏ ਬਦਨ ਪਸ਼ਚਮ ਦਿਸ਼ਾ। ਕਾਜੀ ਤੇ ਕਾਜੀ ਦੇ ਨਾਲ ਉਹਦਾ ਜਿਹੜਾ ਸੁਲਤਾਨਪੁਰ ਸਾਹਿਬ ਦਾ ਨਵਾਬ ਦੌਲਤ ਖਾਨ, ਇਹ ਦੋਵੇਂ ਖਲੋ ਗਏ ਪੱਛਮ ਦਿਸ਼ਾ ਵੱਲ ਮੂੰਹ ਕਰਕੇ, ਕਿਉਂਕਿ ਹਮੇਸ਼ਾ ਲਹਿੰਦੇ ਵਾਲੇ ਪਾਸੇ ਮੂੰਹ ਕਰਕੇ ਨਮਾਜ਼ ਪੜ੍ਹਦੇ ਹੈ। ਕਿਉਂਕਿ ਪੱਛਮ ਦਿਸ਼ਾ ਵਿੱਚ ਮੱਕਾ ਕਾਬਾ ਹੈ, ਉਹਨੂੰ ਪਾਕ ਜਾਣਦਿਆਂ, ਪਵਿੱਤਰ ਜਾਣਦਿਆਂ ਇਹ ਪੱਛਮ ਦਿਸ਼ਾ ਵਾਲੇ ਪਾਸੇ ਮੂੰਹ ਕਰਕੇ ਨਮਾਜ਼ ਪੜ੍ਹਦੇ ਨੇ। ਇਹਨਾਂ ਦੀਆਂ ਜਿੰਨੀਆਂ ਈਦਗਾਹਾਂ ਨੇ, ਚਾਹੇ ਨਮਾਜ਼ ਪੜ੍ਹਨ ਵਾਲੀਆਂ ਥਾਵਾਂ ਨੇ, ਉਹ ਸਾਰੀਆਂ ਪੱਛਮ ਦਿਸ਼ਾ ਵਾਲੇ ਪਾਸੇ ਮੂੰਹ ਕਰਕੇ ਬਣਾਈਆਂ ਹੁੰਦੀਆਂ। ਇਹ ਕਾਲਾ ਜਿਹਾ ਰੱਖਿਆ ਹੁੰਦਾ ਬਣਾ ਕੇ ਪੱਛਮ ਦਿਸ਼ਾ ਵਾਲੇ ਪਾਸੇ, ਉਹਦੇ ਸਾਹਮਣੇ ਚੜ੍ਹਦੇ ਵਾਲੇ ਪਾਸੇ ਪਿੱਠ ਕਰਕੇ, ਲਹਿੰਦੇ ਵਾਲੇ ਪਾਸੇ ਮੂੰਹ ਕਰਕੇ ਨਮਾਜ਼ ਪੜ੍ਹਦੇ, ਗੋਡਿਆਂ ਭਰਨੇ ਹੋ ਜਾਂਦੇ ਨੇ। ਤੋ ਗੋਡਿਆਂ ਨੂੰ ਖੋਰ ਕੇ ਬੈਠਦੇ ਐ। ਤੋ ਨਮਾਜ਼ ਪੜ੍ਹਨ ਵਾਸਤੇ ਕਾਜੀ ਵੀ ਬਹਿ ਗਿਆ, ਨਵਾਬ ਦੌਲਤ ਖਾਨ ਵੀ ਬਹਿ ਗਿਆ। ਓ ਕਰ ਤਰ ਜਾਨੂ ਕਾਨ ਨਿਵੇਂ ਪੁਨ ਪੁਨ ਰਸਾ। ਗੋਡੇ ਖੋਰ ਕੇ ਬਹਿ ਗਏ, ਭਾਵ ਗੋਡਿਆਂ ਭਰਨੇ ਹੋ ਕੇ ਜਦੋਂ ਬੈਠੇ ਤੇ ਹੱਥ ਜਿਹੜੇ ਸਨ ਉਹ ਆਪਣੇ ਪੱਟਾਂ ਦੇ ਉੱਤੇ ਰੱਖ ਲਏ, ਗੋਡਿਆਂ ਤੇ।
ਤੋ ਆਪਣਾ ਸਿਰ ਸੱਜੇ ਖੱਬੇ ਘੁਮਾ ਕੇ ਕਦੇ ਨੀਵੇਂ ਹੋ ਕੇ ਝੁਕ ਕੇ ਨਮਾਜ਼ ਪੜ੍ਹਦੇ ਹਨ। ਆਪ ਮਸੀਤੇ ਮਦ ਰਿਦੇ ਕਿਤ ਕਿਤ ਗਏ। ਕਹਿੰਦੇ ਆਪ ਤਾਂ ਮਸੀਤ ਵਿੱਚ ਹੀ ਬੈਠੇ ਨੇ, ਦੌਲਤ ਖਾਨ ਵੀ ਤੇ ਕਾਜੀ ਵੀ, ਪਰ ਉਹਨਾਂ ਦੇ ਜਿਹੜੇ ਚਿੱਤ ਨੇ ਖਬਰੇ ਕਿੱਧਰ ਕਿੱਧਰ ਫਿਰਦੇ ਐ। ਨਮਾਜ਼ ਸਰੀਰ ਉਹਨਾਂ ਦੇ ਇੱਥੇ ਹੀ ਪੜ੍ਹ ਰਹੇ ਨੇ ਮਸੀਤ ਵਿੱਚ ਹੀ, ਪਰ ਉਹਨਾਂ ਦੇ ਚਿੱਤ ਪਤਾ ਨਹੀਂ ਕਿੱਥੇ ਕਿੱਥੇ ਗਏ ਹੋਏ ਨੇ। ਧਰ ਪਰ ਧਰ ਸਿਰ ਉਠਤ ਬਾਰ ਬਹੁ ਬੇਅਨੀਏ। ਜ਼ਮੀਨ ਦੇ ਉੱਤੇ ਸਿਰ ਧਰ ਧਰ ਕੇ ਫਿਰ ਉੱਠ ਕੇ ਬਹਿ ਜਾਂਦੇ ਐ, ਫਿਰ ਜ਼ਮੀਨ ਤੇ ਸਿਰ ਧਰਦੇ ਆ, ਫਿਰ ਬਹਿ ਜਾਂਦੇ ਐ। ਕਦੇ ਸੱਜੇ ਸਿਰ ਕਰਦੇ ਐ, ਕਦੇ ਖੱਬੇ ਕਰਦੇ ਐ, ਕਦੇ ਹੱਥਾਂ ਨਾਲ ਕੰਨਾਂ ਨੂੰ ਪਕੜਦੇ ਐ। ਇਉਂ ਇਸ ਤਰੀਕੇ ਦੇ ਨਾਲ ਨਮਾਜ਼ ਦੀ ਜਿਹੜੀ ਰਸਮ ਹੈ ਉਹ ਅਦਾ ਕਰ ਰਹੇ ਨੇ। ਕਰ ਕੈ ਪੂਰ ਨਿਵਾਜ ਸੋ ਨਾਨਕ ਸੋ ਕਹੇ। ਨਮਾਜ਼ ਪੜਨ ਤੋਂ ਬਾਅਦ ਜਦੋਂ ਨਮਾਜ਼ ਪੂਰੀ ਹੋ ਗਈ, ਇਹ ਉੱਠ ਕੇ ਖਲੋ ਗਏ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਹਨਾਂ ਦੇ ਪਿੱਛੇ ਖੜੇ, ਇਹਨਾਂ ਵੱਲ ਵੇਖੀ ਜਾਂਦੇ ਐ ਵੀ ਸਰੀਰ ਇੱਥੇ ਨੇ, ਮਨ ਇਹਨਾਂ ਦੇ ਕਿਤੇ ਕਿਤੇ ਭਟਕਦੇ ਐ। ਤਦ ਉਸ ਸਥਾਨ ਦਾ ਨਾਮ ਅੰਤਰਯਾਮਤਾ ਹੈ ਕਿ ਸਤਿਗੁਰੂ ਅੰਤਰਯਾਮੀ ਇਹਨਾਂ ਦੇ ਦਿਲਾਂ ਦੀਆਂ ਬੁੱਝ ਗਏ ਵੀ ਦਿਲ ਕਿੱਥੇ ਫਿਰਦੇ, ਇਹਨਾਂ ਦੇ ਮਨ ਕਿੱਥੇ ਨੇ। ਜਦੋਂ ਦੌਲਤ ਖਾਨ ਤੇ ਕਾਜੀ ਨਮਾਜ਼ ਪੜ੍ਹ ਹਟੇ, ਇਹ ਉੱਠ ਕੇ ਖਲੋਤੇ ਤੇ ਸਤਿਗੁਰਾਂ ਨੂੰ ਕਹਿਣ ਲੱਗੇ, ਹੋ ਠਾਂਡੇ ਕਿਉ ਤੁਮ ਰਹੇ ਨਾ ਡਰ ਉਰ ਮੈਂ ਆਹੇ। ਕਹਿਣ ਲੱਗੇ ਜੀ ਤੁਸੀਂ ਕਿਉਂ ਨਹੀਂ ਉੱਠ ਕੇ ਖਲੋਂਦੇ, ਤੁਸੀਂ ਸਾਡੇ ਨਾਲ ਕਿਉਂ ਨਮਾਜ਼ ਨਹੀਂ ਪੜ੍ਹੀ, ਬਹਿ ਕੇ ਖਲੋਤੇ ਰਹੇ ਹੋ। ਕਿ ਤੁਹਾਨੂੰ ਡਰ ਨਹੀਂ ਖੁਦਾ ਦਾ, ਤੁਹਾਨੂੰ ਖੌਫ ਨਹੀਂ ਖੁਦਾ ਦਾ, ਅੱਲਾਹ ਤਾਲਾ ਦਾ? ਤੁਸੀਂ ਸਾਡੇ ਨਾਲ ਬਹਿ ਕੇ ਨਮਾਜ਼ ਨਹੀਂ ਪੜ੍ਹੀ, ਖਲੋਤੇ ਰਹੇ। ਨਾਨਕ ਆਨਨ ਪਨੇ ਖਾਨ ਕਾਨੇ ਸੁਨੋ। ਜਦੋਂ ਦੌਲਤ ਖਾਨ ਨੇ ਆਖਿਆ ਨਾ ਵੀ ਜੀ ਤੁਸੀਂ ਸਾਡੇ ਨਾਲ ਨਮਾਜ਼ ਨਹੀਂ ਪੜ੍ਹੀ, ਖਲੋਤੇ ਰਹੇ ਹੋ, ਤੁਹਾਨੂੰ ਡਰ ਨਹੀਂ ਰੱਬ ਦਾ ਖੁਦਾ ਦਾ? ਧੰਨ ਗੁਰੂ ਨਾਨਕ ਸਾਹਿਬ ਜੀ ਸੁਣ ਕੇ ਬੋਲੇ, ਦੌਲਤ ਖਾਨ ਨੂੰ ਕਹਿਣ ਲੱਗੇ, ਸੁਣ ਖਾਨ, ਕੈ ਸੰਗ ਕਰੋ ਨਿਵਾਜ ਲਾਜ ਨੇ ਤੁਮ ਮਨੋ। ਮਹਾਰਾਜ ਜੀ ਕਹਿੰਦੇ ਸ਼ਰਮ ਨਹੀਂ ਆਉਂਦੀ ਦੌਲਤ ਖਾਨ ਤੈਨੂੰ, ਲਾਜ ਨਹੀਂ ਆਉਂਦੀ? ਅਸੀਂ ਕਿਹਦੇ ਨਾਲ ਨਮਾਜ਼ ਪੜ੍ਹਦੇ, ਤੁਹਾਡੇ ਜੋ ਕਿਹਦੇ ਨਾਲ ਅਸੀਂ ਨਮਾਜ਼ ਅਦਾ ਕਰਦੇ, ਤੁਹਾਨੂੰ ਤਾਂ ਸ਼ਰਮ ਕੋਈ ਨਹੀਂ, ਲਾਜ ਕੋਈ ਨਹੀਂ। ਠਾਂਡੇ ਆਪ ਮਸੀਤ ਨਾ ਮਨ ਠਹਿਰਾਇਆ। ਆਪ ਤੁਸੀਂ ਇੱਥੇ ਮਸੀਤ 'ਚ ਖੜੇ ਹੋਏ ਹੋ, ਪਰ ਮਨ ਇੱਥੇ ਨਹੀਂ ਠਹਿਰਾਇਆ। ਮਨ ਨੂੰ ਤੁਸੀਂ ਇੱਥੇ ਨਹੀਂ ਰੋਕਿਆ, ਸਰੀਰ ਤੁਸੀਂ ਇੱਥੇ ਠਹਿਰਾਏ ਹੋਏ ਨੇ। ਹੋ ਸਿਜਦੇ ਸਮੇਂ ਸੰਕਲਪ ਕੰਧਾਰ ਪਠਾਇਆ। ਦੌਲਤ ਖਾਨ ਸਜਦਾ ਕਰਨ ਵੇਲੇ ਤੂੰ ਆਪਣਾ ਮਨ ਕੰਧਾਰ ਭੇਜਿਆ ਹੋਇਆ ਸੀ। ਸਜਦਾ ਕਰਨ ਵੇਲੇ ਤੂੰ ਆਪਣਾ ਮਨ ਕੰਧਾਰ ਭੇਜਿਆ ਹੋਇਆ ਸੀ। ਕਰਤ ਖਰੀਦ ਤੁਰੰਗ ਤਰਲ ਮਨ ਤਰ ਲਿਆ। ਔਰ ਜਾ ਕੇ ਘੋੜੇ ਖਰੀਦਦਾ ਫਿਰਦਾ ਸੀ, ਆਪਣੇ ਤਰਲ ਚੰਚਲ ਮਨ ਨੂੰ ਤਰਲ ਕਰਦਾ ਫਿਰਦਾ ਸੀ। ਹੋਰ ਤੇ ਤਰਲ ਤੇ ਚੰਚਲ ਘੋੜੇ ਖਰੀਦਦਾ ਫਿਰਦਾ ਸੀ ਕੰਧਾਰ ਜਾ ਕੇ। ਕੂਰੇ ਵਿੱਚ ਮਸੀਤ ਨਿਵੇਂ ਕਬ ਸਰ ਲਿਆ। ਮਹਾਰਾਜ ਜੀ ਕਹਿੰਦੇ ਇੱਥੇ ਝੂਠਾ ਹੀ ਸੀਸ ਝੁਕਾਉਂਦਾ ਫਿਰਦਾ ਸੀ, ਇੱਥੇ ਝੂਠਾ ਹੀ ਸੀਸ ਝੁਕਾ ਕੇ ਸਜਦਾ ਕਰੀ ਜਾਂਦਾ ਸੀ। ਮਨ ਤਾਂ ਤੇਰਾ ਕੰਧਾਰ ਪਹੁੰਚਿਆ ਹੋਇਆ ਸੀ, ਉੱਥੇ ਜਾ ਕੇ ਘੋੜੇ ਖਰੀਦਦਾ ਫਿਰਦਾ ਸੀ। ਇੱਥੇ ਤਾਂ ਝੂਠੀ ਨਮਾਜ਼ ਅਦਾ ਕਰ ਰਿਹਾ ਸੀ ਤੂੰ, ਇੱਥੇ ਤਾਂ ਵਿਖਾਵਾ ਕਰਨ ਲਈ ਲੋਕਾਂ ਨੂੰ ਵੀ ਮੈਂ ਨਮਾਜ਼ ਪੜ੍ਹਦਾ, ਸਰੀਰ ਝੁਕਾ ਕੇ ਸੀਸ ਝੁਕਾ ਕੇ ਝੂਠੀ ਨਮਾਜ਼ ਪੜ੍ਹ ਰਿਹਾ ਸੀ। ਇਹ ਸੱਚੀ ਨਮਾਜ਼ ਨਹੀਂ। ਤਨ ਨਮਾਜ਼ੀ ਬਣਾਇਆ, ਮਨ ਨਮਾਜ਼ੀ ਨਹੀਂ ਬਣਾਇਆ। ਤੇ ਜੇ ਤਨ ਨਮਾਜ਼ੀ ਆ, ਮਨ ਨਮਾਜ਼ੀ ਨਹੀਂ ਬਣਿਆ, ਤਾਂ ਐਸੀ ਨਮਾਜ਼ ਪੜਨ ਦਾ ਕੋਈ ਲਾਭ ਨਹੀਂ ਹੈ। ਨਵਾਬ ਦੌਲਤ ਖਾਨ। ਹਾਂਜੀ। ਜੈ ਕਰਨੀ ਸੋ ਮੂਲ ਨਾ ਥਿਰ ਉਰ ਮੈਂ ਕਰਾ। ਜਿਹੜੀ ਕਰਨੀ ਦੇ ਵਿੱਚ ਤੂੰ ਆਪਣਾ ਮਨ ਰੋਕਣਾ ਸੀ, ਉੱਥੇ ਨਹੀਂ ਰੋਕਿਆ, ਉੱਥੇ ਤੈਂ ਆਪਣੇ ਮਨ ਨੂੰ ਥਿਰ ਨਹੀਂ ਕੀਤਾ। ਹੋ ਬੇਸ ਬੰਦਗੀ ਧਰਿਓ ਦਸੋ ਦਿਸ਼ ਮਨ ਫੇਰਾ। ਸਰੀਰ ਦੇ ਉੱਤੇ ਬੇਸ ਬੰਦਗੀ ਵਾਲਾ ਧਾਰਨ ਕਰ ਲਿਆ ਤੇ ਮਨ ਤੇਰਾ ਦਸਾਂ ਦਿਸ਼ਾਵਾਂ 'ਚ ਭਟਕਦਾ ਫਿਰਦਾ, ਮਨ ਤੇਰਾ ਕਾਬਲ ਕੰਧਾਰ ਟੁਰਿਆ ਫਿਰਦਾ। ਕਹਿ ਕਾਜੀ ਤੁਮ ਪਾਜ ਬਖਾਨਤ ਡਰ ਨਹੀਂ। ਸੁਣ ਕੇ ਕੋਲ ਕਾਜੀ ਖੜਾ ਸੀ, ਦੌਲਤ ਖਾਂ ਦਾ ਨਹੀਂ ਬੋਲਿਆ, ਉਹਨੂੰ ਤਾਂ ਪਤਾ ਸੀ ਵੀ ਮੇਰੀ ਕਰਤੂਤ ਦਾ ਇਹਨਾਂ ਨੂੰ ਪਤਾ ਹੈ।
ਕਾਜੀ ਕੋਲੋਂ ਬੋਲ ਪਿਆ। ਕਾਜੀ ਕਹਿਣ ਲੱਗਾ, ਨਾਨਕ ਜੀ ਤੁਹਾਨੂੰ ਖੁਦਾ ਦਾ ਡਰ ਨਹੀਂ, ਖੁਦਾ ਦਾ ਖੌਫ ਨਹੀਂ, ਇਹ ਕੀ ਆਖਦੇ ਹੋ? ਖਰਿਓ ਹਦੂਰ ਨਿਬਾਬ ਨਾ ਬੋਲੋ ਸਮਝਈ। ਤੁਹਾਡੇ ਸਾਹਮਣੇ ਨਵਾਬ ਦੌਲਤ ਖਾਨ ਖੜਾ ਤੇ ਤੁਸੀਂ ਸਮਝ ਕੇ ਨਹੀਂ ਬੋਲਦੇ, ਤੁਸੀਂ ਸਿਆਣਪ ਦੇ ਨਾਲ ਸਮਝ ਦੇ ਨਾਲ ਨਹੀਂ ਬੋਲੇ। ਵੇਖੋ ਕੀ ਬੋਲਣਾ ਤੇ ਕੀ ਨਹੀਂ ਬੋਲਣਾ। ਆਨਨ ਪਨੀ ਖਾਨ ਸਾਚ ਨਾਨਕ ਕਈ। ਨਵਾਬ ਦੌਲਤ ਖਾਨ ਬੋਲ ਪਿਆ ਕੋਲੋਂ, ਕਾਜੀ ਨੂੰ ਕਹਿੰਦਾ, ਕਾਜੀ ਸਾਹਿਬ ਗੁੱਸਾ ਨਾ ਕਰੋ, ਗੁਰੂ ਨਾਨਕ ਸਾਹਿਬ ਜੋ ਕਹਿ ਰਹੇ ਨੇ ਬਿਲਕੁਲ ਸੱਚ ਕਹਿ ਰਹੇ ਨੇ। ਵਾਕਈ ਇਹ ਜਾਣੀ ਜਾਣਦੇ ਤੇ ਜਾਣਦੇ ਨੇ, ਇਹਨਾਂ ਨੇ ਜੋ ਕਿਹਾ ਉਹ ਸੱਚ ਕਿਹਾ। ਹੋ ਮਨ ਮਮ ਗਇਓ ਕੰਧਾਰ ਸਮੇਂ ਸਿਜਦੇ ਸਈ। ਜਦੋਂ ਮੈਂ ਸਜਦਾ ਕਰ ਰਿਹਾ ਸੀ ਨਾ, ਮੇਰਾ ਮਨ ਉਸ ਵੇਲੇ ਵਾਕਈ ਕੰਧਾਰ ਗਿਆ ਹੋਇਆ ਸੀ। ਮੇਰਾ ਮਨ ਕੰਧਾਰ ਜਾ ਕੇ ਘੋੜੇ ਖਰੀਦਦਾ ਫਿਰਦਾ ਸੀ। ਬਿਲਕੁਲ ਇਹੀ ਸੱਚ ਹੈ, ਔਰ ਗੁਰੂ ਨਾਨਕ ਸਾਹਿਬ ਨੇ ਜੋ ਕਿਹਾ ਇਹ ਸੱਚ ਹੈ। ਪੁਨ ਕਾਜੀ ਬਚਪਨੇ ਤੁਮਾਰੋ ਮਨ ਗਇਓ। ਕਾਜੀ ਬੋਲ ਪਿਆ, ਫਿਰ ਕਹਿਣ ਲੱਗਾ, ਨਵਾਬ ਸਾਹਿਬ ਚਲੋ ਤੁਹਾਡਾ ਮਨ ਗਿਆ ਹੋਇਆ ਸੀ ਕੰਧਾਰ। ਹੋਂ ਤੋ ਸਭ ਬਿਦ ਕਰੀ ਨਾ ਮਮ ਸੰਗ ਇਨ ਕੀਓ। ਮੈਂ ਤਾਂ ਇੱਥੇ ਸੀ ਨਾ, ਮੈਂ ਤਾਂ ਨਮਾਜ਼ ਪੜ੍ਹਦਾ ਸੀ, ਇੱਥੇ ਸਜਦਾ ਕੀਤਾ, ਇਹ ਮੇਰੇ ਨਾਲ ਨਮਾਜ਼ ਪੜ੍ਹ ਲੈਂਦੇ। ਚਲੋ ਤੁਸੀਂ ਨਹੀਂ ਸੀ ਇੱਥੇ, ਤੁਹਾਡਾ ਮਨ ਕੰਧਾਰ ਸੀ, ਮੈਂ ਤਾਂ ਇੱਥੇ ਹੀ ਸਾਂ ਨਾ, ਤੇ ਮੇਰੇ ਨਾਲ ਨਮਾਜ਼ ਪੜ੍ਹ ਲੈਂਦੇ। ਮੇਰੇ ਨਾਲ ਕਿਉਂ ਨਹੀਂ ਪੜ੍ਹੀ ਇਹਨਾਂ ਨੇ ਨਮਾਜ਼? ਮਨ ਅਜਾਨ ਨਿਜ ਪਰਦ ਪਰਾਵਨ ਚਾਹੀ। ਅਣਜਾਣ ਮਨ ਵਾਲਾ ਕਾਜੀ ਆਪਣਾ ਪੜਦਾ ਆਪ ਹੀ ਪੜਾਉਣਾ ਚਾਹੁੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰਾਂ ਨੇ ਕਿਹਾ ਨਹੀਂ ਕਾਜੀ ਨੂੰ, ਪਾਤਸ਼ਾਹ ਫਿਰ ਵੀ ਪੜਦੇ ਕੱਜ ਨੇ। ਮਹਾਰਾਜ ਜੀ ਤਾਂ ਪੜਦੇ ਕੱਜਦੇ ਆ। ਮਹਾਰਾਜ ਜੀ ਨੇ ਦੌਲਤ ਖਾਨ ਨੂੰ ਕਿਹਾ, ਕਾਜੀ ਨੂੰ ਨਹੀਂ ਸੀ ਆਖਿਆ ਵੀ ਤੇਰਾ ਮਨ ਗਿਆ ਹੋਇਆ। ਪਰ ਕਾਜੀ ਮੂਰਖ ਆਪਣਾ ਪੜਦਾ ਆਪ ਹੀ ਪੜਾਉਣਾ ਚਾਹੁੰਦਾ, ਤੇ ਸਗੋਂ ਕਹਿੰਦਾ ਜੀ ਮੇਰੇ ਨਾਲ ਨਮਾਜ਼ ਪੜ੍ਹ ਲੈਂਦੇ, ਮੈਂ ਤਾਂ ਇੱਥੇ ਹੀ ਸਨ, ਤੇ ਆਪਣਾ ਪੜਦਾ ਪੜਾਉਣ ਲਈ ਆਪ ਹੀ ਬੋਲਿਆ ਮੂਰਖ ਕਾਜੀ। ਹੋ ਲਖਤ ਨ ਮੂਰਖ ਭੇਵ ਅਥਾਏ ਥਾਈ। ਮੂਰਖ ਨੇ ਭੇਦ ਨਹੀਂ ਜਾਣਿਆ, ਜਿਹੜੇ ਅਥਾ ਸਤਿਗੁਰੂ ਨੇ ਉਹਨਾਂ ਦੀ ਥਾਂ ਨਹੀਂ ਪਾਈ ਇਸ ਮੂਰਖ ਨੇ। ਬੋਲੇ ਨਾਨਕ ਬੈਨ ਐਨ ਸੁਖ ਗੁਣ ਦਿਆ। ਮਹਾਰਾਜ ਜੀ ਫਿਰ ਸੁੱਖਾਂ ਦੇ ਦਾਤੇ ਧੰਨ ਗੁਰੂ ਨਾਨਕ ਸਾਹਿਬ ਜੀ ਬੋਲੇ, ਕਹਿਣ ਲੱਗੇ, ਕਾਜ਼ੀ ਕਰੀ ਨਿਵਾਜ ਸਦਨ ਮੈਂ ਮੰਨ ਗਿਆ। ਮਹਾਰਾਜ ਜੀ ਕਹਿੰਦੇ, ਕਾਜੀ ਸਾਹਿਬ ਤੁਸੀਂ ਕਿਹੜਾ ਇੱਥੇ ਸੀ ਜੇ ਤੁਹਾਡੇ ਨਾਲ ਪੜ੍ਹਦੇ ਨਮਾਜ਼? ਹੈਣ ਤਾਂ ਤੁਸੀਂ ਵੀ ਇੱਥੇ ਨਹੀਂ ਸੀ, ਸਰੀਰ ਤੁਹਾਡਾ ਇੱਥੇ ਸੀ ਨਮਾਜ਼ ਪੜ੍ਹਦਾ, ਮਨ ਤੁਹਾਡਾ ਆਪਣੇ ਘਰ ਗਿਆ ਹੋਇਆ ਸੀ। ਬੜਵਾ ਜਿਉ ਵਛੇਰ ਗਰਤ ਤੈ ਪਾਸ। ਘਰ ਤੁਹਾਡੇ ਘੋੜੀ ਤਾਜੀ ਸੂਈ ਆ, ਉਹਨੇ ਵਛੇਰਾ ਦਿੱਤਾ, ਤੇ ਉਹ ਵਛੇਰਾ ਜਿਹੜਾ ਲਾਗੇ ਇੱਕ ਟੋਆ ਘਰ ਦੇ ਵਿੱਚ, ਤੇਰੇ ਮਨ 'ਚ ਚਿੰਤਾ ਸੀ ਕਿ ਤਾਜ਼ਾ ਸੂਆ ਵਛੇਰਾ ਕਿਤੇ ਟੋਏ 'ਚ ਨਾ ਡਿੱਗ ਪਏ। ਸਰੀਰ ਤੇਰਾ ਇੱਥੇ ਸੀ ਨਮਾਜ਼ ਪੜ੍ਹਦਾ, ਮਨ ਤੇਰਾ ਆ ਪਿਆ ਸੋਚਦਾ ਸੀ। ਮੇਰੇ ਸਾਹਿਬ ਮਨ 'ਚ ਕੀ ਚੱਲਦਾ ਉਹ ਜਾਣਦੇ ਹਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੰਤਰਯਾਮੀ ਜੇ ਸਭ ਕੁਝ ਜਾਣਦੇ ਐ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਅੰਤਰਜਾਮੀ ਸਭ ਕੁਝ ਜਾਣੈ, ਅੰਤਰਜਾਮੀ ਪੁਰਖ ਵਿਧਾਤੇ। ਸਤਿਗੁਰੂ ਜੀ ਸਭ ਦੇ ਦਿਲਾਂ ਦੀਆਂ ਜਾਣਦੇ। ਬੰਦਾ ਸਾਰਿਆਂ ਤੋਂ ਛੁਪਾ ਸਕਦਾ ਹੈ, ਪਰ ਰੱਬ ਤੋਂ ਨਹੀਂ ਛੁਪਾ ਸਕਦਾ, ਨਿਰੰਕਾਰ ਤੋਂ ਨਹੀਂ ਛੁਪਾ ਸਕਦਾ। ਸਭ ਦੇ ਹਿਰਦਿਆਂ ਵਿੱਚ ਕੀ ਵਰਤਦਾ, ਪਾਤਸ਼ਾਹ ਹਿਰਦਿਆਂ ਦੀ ਬੁੱਝ ਲੈਂਦੇ ਆ, ਜਾਣ ਲੈਂਦੇ ਆ। ਮਹਾਰਾਜ ਜੀ ਕਹਿੰਦੇ, ਕਾਜੀ ਸਾਹਿਬ ਮਨ ਤੁਹਾਡਾ ਘਰ ਗਿਆ ਹੋਇਆ ਸੀ ਕਿ ਕਿਤੇ ਵਿਛੇਰਾ ਟੋਏ ਵਿੱਚ ਨਾ, ਖੱਡੇ ਵਿੱਚ ਨਾ ਡਿੱਗ ਪਵੇ। ਹੋ ਤੇ ਮੈਨੇ ਗਿਰ ਪਰੇ ਬਹੁਤ ਵਿਸ਼ਵਾਸ। ਤੇਰਾ ਮਨ ਬਾਰ-ਬਾਰ ਉਧਰ ਜਾਂਦਾ ਸੀ, ਤੂੰ ਨਮਾਜ਼ ਇੱਥੇ ਪੜ੍ਹਦਾ ਸੀ, ਤੇ ਬਾਰ-ਬਾਰ ਮਨ ਉਧਰ ਜਾਂਦਾ ਸੀ ਕਿਤੇ ਵਿਛੇਰਾ ਨਾ ਡਿੱਗ ਪਵੇ ਟੋਏ ਵਿੱਚ। ਤੈਂ ਕੇ ਸੰਗ ਮਨ ਫਿਰਤ
ਨਾ ਥਿਰ ਇੱਕ ਛਿਨ ਪਿਆ। ਹਾਲੇ ਦੌਲਤ ਖਾਨ ਦਾ ਮਨ ਪਹਿਲਾਂ ਤਾਂ ਸੀਗਾ ਥੋੜਾ ਬਹੁਤ ਇੱਥੇ, ਨੇ ਤਾਂ ਸਜਦੇ ਵੇਲੇ ਮਨ ਉੱਥੇ ਪਹੁੰਚਾਇਆ ਨਾ। ਕਾਜੀ ਸਾਹਿਬ ਤੇਰਾ ਤਾਂ ਇੱਕ ਸਕਿੰਟ ਵਾਸਤੇ ਵੀ ਨਹੀਂ ਟਿਕਿਆ ਮਨ ਇੱਥੇ, ਤੇਰਾ ਤਾਂ ਫਿਰਦਾ ਹੀ ਉੱਥੇ ਰਿਹਾ ਮਨ। ਹਾਂਜੀ। ਸੁਨ ਸ਼ਰੋਨਨ ਮੈਂ ਖਾਨ ਬਿਗਸ ਮੁਖ ਬਚ ਕੇ ਆ। ਦੌਲਤ ਖਾਨ ਦਾ ਹਾਸਾ ਨਿਕਲ ਗਿਆ ਕੋਲ ਖਲੋਤੇ ਦਾ, ਜਦੋਂ ਕਾਜੀ ਦੇ ਮਨ ਦੀ ਦੱਸੀ ਨਾ ਸਤਿਗੁਰਾਂ, ਇਹਦਾ ਹਾਸਾ ਨਿਕਲ ਗਿਆ ਬਦੋ ਬਦੀ ਵੀ ਇਹ ਚੰਗਾ ਬੋਲਣ ਲੱਗਾ ਸੀ ਵੀ ਮੇਰੇ ਨਾਲ ਪੜ੍ਹ ਲੈਂਦੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਦਾ ਪੜਦਾ ਵੀ ਉਘੇੜ ਕੇ ਦੱਸ ਦਿੱਤਾ ਤੇ ਕੋਲੋਂ ਬੋਲਿਆ ਦੌਲਤ ਖਾਨ ਹੱਸਦਾ ਹੋਇਆ, ਤਜੋ ਕਾਚ ਕਹੋ ਸਾਚ ਲਾਜ ਨਿਰਵਾਰੀਏ। ਕਹਿਣ ਲੱਗਾ ਕਾਜੀ ਸਾਹਿਬ ਹੁਣ ਝੂਠ ਨਾ ਬੋਲਿਓ, ਸੱਚ ਸੱਚ ਦੱਸਿਓ ਜੋ ਹੈ, ਕਿਉਂਕਿ ਗੁਰੂ ਸਾਹਿਬ ਤੇਰੇ ਘਰ ਨਹੀਂ ਗਏ, ਉਹਨਾਂ ਨੇ ਇਹ ਨਹੀਂ ਵੇਖਿਆ ਵੀ ਕਿੱਥੇ ਖੱਡਾ ਹੈ, ਕਿੱਥੇ ਟੋਆ ਹੈ ਜਾਂ ਤੇਰੀ ਘੋੜੀ ਸੂਈ ਹੈ। ਉਹ ਤੈਨੂੰ ਪਤਾ ਹੈ, ਮੈਨੂੰ ਵੀ ਨਹੀਂ ਪਤਾ। ਤੇ ਜੇ ਤੈਂ ਝੂਠ ਬੋਲਿਆ ਤੇ ਆਪਾਂ ਹੁਣੇ ਪੜਤਾਲ ਕਰਾ ਲੈਣੀ ਆ, ਘਰੇ ਭੇਜ ਕੇ ਬੰਦਾ ਵੀ ਜਿੱਥੇ ਤੇਰਾ ਬਛੇਰਾ ਉੱਥੇ ਟੋਆ ਹੈ ਕਿ ਨਹੀਂ ਹੈ। ਇਸ ਕਰਕੇ ਬੰਦਾ ਬਣ ਕੇ ਸੱਚੋ ਸੱਚ ਦੱਸ ਦੇਈਂ, ਪੜਦਾ ਨਾ ਰੱਖੀ, ਮਸੀਤ 'ਚ ਖੜਾ। ਹੁਣ ਜੋ ਨਾਨਕ ਨੇ ਕਿਹਾ ਕਿ ਇਹ ਸੱਚ ਹੈ। ਹਾਂਜੀ। ਹੋਂ ਜਿਉ ਬੀਤੀ ਚਿਤ ਬੀਚ ਸੋ ਬਚਨੀ ਉਚਾਰੀਏ। ਜੋ ਤੇਰੇ ਚਿੱਤ 'ਚ ਬੀਤੀ ਆ ਉਹੀ ਇਹਨਾਂ ਨੇ ਕਿਹਾ, ਜੇ ਉਹੀ ਆ ਤੇ ਫਿਰ ਦੱਸ। ਕਾਜੀ ਆਨਤ ਭਨਤ ਸਤ ਜੈ ਬਿਦ ਕਈ। ਕਾਜੀ ਨੂੰ ਪਤਾ ਸੀ ਝੂਠ ਬੋਲਿਆ ਫਿਰ ਫੜਿਆ ਜਾਣਾ। ਕਹਿਣ ਲੱਗਾ ਜੀ ਹਾਂ ਨਵਾਬ ਸਾਹਿਬ ਬਿਲਕੁਲ ਸੱਚ ਕਿਹਾ ਗੁਰੂ ਨਾਨਕ ਸਾਹਿਬ ਨੇ, ਜੋ ਇਹਨਾਂ ਨੇ ਕਿਹਾ ਬਿਲਕੁਲ ਇਸੇ ਤਰ੍ਹਾਂ ਹੀ ਹੈ। ਅਰ ਪਕ ਬਾਜਨ ਆਏ ਗਰਤ ਤੈ ਢਿਗ ਸਈ। ਬਿਲਕੁਲ ਸਹੀ ਹੈ, ਵਾਕਈ ਘਰ ਦੇ ਵਿੱਚ ਮੇਰੀ ਵਛੇਰੀ ਘੋੜੀ ਸੂਈ ਹੋਈ ਹੈ, ਉਹਦਾ ਵਛੇਰਾ ਲਾਗੇ ਉਹਦੇ ਟੋਆ ਹੈ, ਉਹਦੇ 'ਚ ਡਿੱਗ ਨਾ ਪਵੇ, ਮੈਨੂੰ ਇਸ ਗੱਲ ਦਾ ਫਿਕਰ ਤੇ ਚਿੰਤਾ ਸੀ। ਅਦਭੁਤ ਰਸ ਨਰ ਪਏ ਕਛੁਕ ਰਸ ਹਾਸ ਸੋ। ਉੱਥੇ ਜਿੰਨੇ ਲੋਕ ਖੜੇ ਸੀ ਅਦਭੁਤ ਰਸ ਵਿੱਚ, ਆਹ ਕਿਵੇਂ ਬੁੱਝ ਲਿਆ ਇਹਨਾਂ ਨੇ ਅੰਦਰ ਨੂੰ, ਨਾਲੇ ਥੋੜਾ ਜਿਹਾ ਹਾਸ ਰਸ ਵੀ ਬਣ ਗਿਆ, ਥੋੜਾ ਜਿਹਾ ਅਦਭੁਤ ਰਸ ਵੀ ਆ। ਸਾਰੇ ਹੈਰਾਨ ਨੇ ਕਿ ਦਿਲਾਂ ਦੀਆਂ ਬੁੱਝ ਕੇ ਕਿਵੇਂ ਦੱਸ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਖੇਡ ਅਨੋਖੀ ਹੈ। ਹੋਂ ਤਬ ਨਿਬਾਬ ਗਏ ਚਰਨ ਰਿਓ ਹੋਏ ਦਾਸ ਸੋ। ਨਵਾਬ ਨੇ ਸਤਿਗੁਰਾਂ ਦੇ ਚਰਨ ਪਕੜ ਲਏ ਤੇ ਸਤਿਗੁਰਾਂ ਦੇ ਚਰਨਾਂ ਤੇ ਢਹਿ ਕੇ ਨਵਾਬ ਦੌਲਤ ਖਾਨ ਮੱਥਾ ਟੇਕਣ ਲੱਗ ਪਿਆ। ਚਰਨ ਫੜ ਲਏ। 14 ਸਾਲ ਦੌਲਤ ਖਾਨ ਨੂੰ ਨਹੀਂ ਪਤਾ ਲੱਗਾ ਵੀ ਇਹ ਕੌਣ ਨੇ। ਜਣਾਇਆ ਹੀ ਨਹੀਂ ਆਪਣਾ ਮੇਰੇ ਸਾਹਿਬ ਨੇ, ਕਿਉਂਕਿ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਤੂੰ ਜਾਣਾ ਹੈ ਤਾਂ ਕੋਈ ਜਾਣੈ, ਤੇਰਾ ਦੀਆ ਨਾਮ ਵਖਾਣੈ। ਜਿਹਨੂੰ ਜਣਾਉਂਦੇ ਆ ਉਹੀ ਜਾਣਦਾ ਨਾ। 14 ਸਾਲ ਨਹੀਂ ਜਾਣ ਸਕਿਆ ਦੌਲਤ ਖਾਨ। ਆਹਾ ਅੱਜ ਇੱਕ ਛਿਨ 'ਚ ਜਣਾ ਦਿੱਤਾ ਅਸੀਂ ਕੀ ਹਾਂ। ਝੁਕ ਗਿਆ ਚਰਨਾਂ ਤੇ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨ ਪਕੜ ਕੇ ਮੱਥਾ ਟੇਕਦਾ ਹੈ। ਸਿਰ ਪੀਰਨ ਕੇ ਪੀਰ ਪੀਰ ਹਰ ਮੇਰੀਆ। ਚਰਨਾਂ ਤੇ ਡਿੱਗ ਕੇ ਕਹਿੰਦਾ ਪੀਰਾਂ ਦੇ ਪੀਰ, ਪੀਰਾਂ ਦੇ ਪੀਰਾਂ ਦੇ ਸ਼੍ਰੋਮਣੀ ਪੀਰ ਮਹਾਰਾਜ, ਮੈਂ ਤੁਹਾਡੇ ਚਰਨਾਂ ਵਿੱਚ ਹਾਂ, ਮੇਰੀ ਪੀੜ ਹਰ ਲਵੋ, ਮੇਰੀ ਪੀੜਾ ਨਿਵਾਰ ਦਿਓ। ਸਤਿ ਸ੍ਰੀ ਅਕਾਲ। ਆਹ ਵੇਖੋ ਪੰਕਤੀ ਕੈਸੀ ਸੁੰਦਰ ਮਾਂ ਕਵੀ ਜੀ ਲਿਖਦੇ। ਸਿਰ ਪੀਰਨ ਕੇ ਪੀਰ ਪੀਰ ਹਰ ਮੇਰੀਆ। ਸਿਰ ਪੀਰਨ ਕੇ ਪੀਰ, ਮਹਾਰਾਜ ਪੀਰਾਂ ਦੇ ਸ਼੍ਰੋਮਣੀ ਪੀਰ ਹੋ ਤੁਸੀਂ, ਪੀਰਾਂ ਦੇ ਪੀਰ ਸ਼੍ਰੋਮਣੀ ਪੀਰ ਹੋ। ਪੀਰ ਹਰ ਮੇਰੀਆ, ਪੀਰ ਪੀਰ ਕਹਿੰਦੇ ਪੀੜਾ ਨੂੰ, ਮੇਰੀ ਪੀੜਾ ਹਰ ਲਵੋ ਮਹਾਰਾਜ, ਮੇਰੀ ਪੀੜਾ ਦੂਰ ਕਰ ਦਿਓ। ਮੈਂ ਤੁਹਾਡੀ ਪਨਾਹ ਵਿੱਚ ਹਾਂ, ਤੁਹਾਡੀ ਸ਼ਰਨ ਵਿੱਚ ਹਾਂ। ਗੁਨੀ ਗਾਈਰ ਸਰੀਰ
शरण में तेरिया। ਏ ਗੁਣੀ ਗਹੀਰ ਸੁਆਮੀ, ਤੁਸੀਂ ਸਰੀਰ ਧਾਰਨ ਕਰਕੇ ਆਇਓ, ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਮੈਂ ਤੁਹਾਡੀ ਪਨਾਹ ਵਿੱਚ ਹਾਂ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, शरण परे की राखो सर्वा। शर्म पई नारायण, महाराज तुहाडी शरण विच आ, किरपा करो महाराज। तुमरी शरण तुम्हारी आसा, तुम ही सजन सुहेले। राखो राखण हार दयाला, नानक घर के गोले। महाराज तुहाडी शरण च हाँ रख लो। तुमरी शरण तुम्हारी आसा, तुमरी शरण तुम्हारी आसा। 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 तुम ही सजन सुहेले, तुम ही सजन सुहेले। तुम ही सजन सोहेले, तुम ही सजन सोहेले। महाराज जी तुहाडी शरण च हां। दौलत खान कहदा महाराज मैं तुहाडी शरण च हां। ब्रह्म कर भूले भन्नियो, ਭੇਵ ਨੇ ਜਾਣਿਆ। महाराज जी मैं भरम दे विच भुलिया होया सां, मैं तुहाडा भेद नहीं सी जाणिया। मैं भरम च भुलिया होया भटकिया होया तुहाडी महिमा नहीं जान सकिया। हो बख्शो औगन मोर अजान बखानिया। महाराज जो कुछ मैं अनजान पुणे च हुण ताईं तुहानू कहा है, मैनू अवगणियारा जान के किरपा करके बख्श लो मेरे साहब जी, बख्श लो महाराज। मैं अवगणियारे नू, मैं गुनहगार नू बख्श लो महाराज। मैं तुहाडी शरण च हां। अनजान पुणे च ही कहा हुण ताईं जो आखिया है। दोहरा पूरब औगन बख्श के, अब देओ निज उपदेश। दौलत खान कहंदा महाराज मेरे पूरबले औगण बख्श के, पहले औगण बख्श के अगे मार्ग पाओ। मैनू शुभ मति दिओ, शुभ उपदेश दे के नवाजो। हाथ बंद बिनती करत दौलत खान नरेश। हथ बन के महाराज जी तुहाडे चरणां च बेनती करदा औ। दौलत खान नरेश महाराज जी दे चरणां च बेनती करदा हथ जोड़ के बारंबार। तुम खुदाए के रूपो अंतर जामी सरब। महाराज तुसी खुदा दा रूप हो, तुसी अंतरजामी हो, सब दियां दिलां दियां जाणदे हो, दिलां दे महरम हो। मैं अत मूड़ न लख सकियो निज ऐश्वर्य गर्भ। मैं अपने राज भाग दे ऐश्वर्य विच मत्या होया सी, मैं तुहाडी महिमा नूं नहीं जान सकिया गरीब नवाज। मैं हंकार विच टुरिया फिरदा सां भी मैं नवाब हां। ऐश्वर्य दे रंग दे विच, राज भाग दे रंग दे विच मस्तिया फिरदा सी, मैं तुहाडी महिमा नूं नहीं जान सकिया। हो समीप चिर काल के छूछ न चोरो आप। महाराज 14 साल हो गए ने मैनू तुहाडे कोल रहिंदियां, तुहानू मेरे कोल रहिंदियां। महाराज हुण मैनू खाली ना रहण दिओ, मैनू खाली ना छड्डिओ गरीब नवाज। इत्थे पता नहीं कित्थों कित्थों आके जीव तुहाडे कोलों वरोसाए गए हन। मैं तां तुहाडे पास रही ना 14 साल बीत गए ने तुहाडे कोल। महाराज किरपा करो,
ਦਇਆ ਕਰੋ ਮੈਨੂੰ ਖਾਲੀ ਨਾ ਛੱਡਿਓ ਸਤਿਗੁਰੂ। बेबस मने को बस करो हरिये तीनों ताप। ਮੇਰਾ ਇਹ ਬੇਵਸ ਹੋਇਆ ਮਨ ਜਿਹੜਾ ਮੇਰੇ ਵਸ ਨਹੀਂ ਆਉਂਦਾ, ਮਹਾਰਾਜ ਕਿਰਪਾ ਕਰਕੇ ਇਹਨੂੰ ਵਸ ਕਰ ਦਿਓ ਤੁਸੀਂ। ਤੁਹਾਡੀ ਕਿਰਪਾ ਨਾਲ ਹੀ ਇਹਨੇ ਵਸ ਵਿੱਚ ਆਉਣਾ ਮਹਾਰਾਜ। ਦਇਆ ਕਰੋ ਮੇਰਾ ਇਹ ਬੇਵਸ ਹੋਇਆ ਮਨ ਮੇਰੇ ਵਸ ਵਿੱਚ ਆ ਜਾਵੇ। विषय अधीन दीन में हरक शो के अनुसार। ਵਿਸ਼ਿਆਂ ਵਕਾਰਾਂ ਦੇ ਵਿੱਚ ਮੈਂ ਐਸਾ ਦੀਨ ਹੋਇਆ, ਨਿਤ ਹਰਕ ਖੁਸ਼ੀ ਦੇ ਵਿੱਚ, ਕਦੇ ਗਮ ਦੇ ਵਿੱਚ ਰਹਿਣਾ, ਕਦੇ ਦੁੱਖ ਕਦੇ ਸੁੱਖ, ਇਹਨਾਂ ਦੇ ਵਿੱਚ ਹੀ ਮੇਰੀ ਬਿਰਤੀ ਗਲਤ ਰਹਿੰਦੀ ਹੈ ਮਹਾਰਾਜ। ਹਰਕ ਸੋਗ ਦੇ ਵਿੱਚ ਵਿਚਰਦਾ ਰਹਿਣਾ, ਪਾਪ ਪੁੰਨ ਦੇ ਵਿੱਚ ਹੀ ਕਈ ਪ੍ਰਕਾਰ ਦੀਆਂ ਬਿਰਤੀਆਂ ਵਿਕਾਰਾਂ ਦੇ ਵਿੱਚ ਮੇਰੀਆਂ ਖੂਬੀਆਂ ਰਹਿੰਦੀਆਂ ਹਨ। अस सुन कहते के बचन बोले गुरु उदारे। ਉਦਾਰ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਦੌਲਤ ਖਾਨ ਦੀ ਬੇਨਤੀ ਸੁਣੀ ਹੈ। ਸੁਣ ਕੇ ਗਰੀਬ ਨਵਾਜ ਸਤਿਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਗੁਰਦੇਵ ਜੀ ਬੋਲੇ ਹਨ। अड़िल सुनो खान दे कान प्रबल मन लोल ਮਹਾਰਾਜ ਜੀ ਕਹਿੰਦੇ ਆ ਖਾਨ ਜੀ ਸੁਣੋ, ਇਹ ਮਨ ਬੜਾ ਚੰਚਲ ਹੈ, ਇਹ ਮਨ ਬਹੁਤ ਤੇਜ ਹੈ, ਅਗਨੀ ਤਤਵ ਤੋਂ ਬਣਿਆ ਹੋਣ ਕਰਕੇ ਟਿਕਦਾ ਨਹੀਂ ਹੈ। ਇਹ ਅਗਨੀ ਤਤ ਤੋਂ ਬਣਿਆ ਚੰਚਲ ਹੈ, ਬਹੁਤ ਜ਼ਿਆਦਾ ਚੰਚਲ ਹੈ। या को रोकन कठन रुके ता अमोल है। ਇਹਨੂੰ ਰੋਕਣਾ ਬੜਾ ਔਖਾ ਹੈ, ਪਰ ਜੇ ਰੁਕ ਜਾਏ ਨਾ ਤੇ ਫਿਰ ਇਹਦੇ ਵਰਗੀ ਚੀਜ਼ ਕੋਈ ਨਹੀਂ ਦੁਨੀਆ 'ਚ। ਇਹਨੂੰ ਰੋਕਣਾ ਹੀ ਔਖਾ ਹੈ, ਪਰ ਨਵਾਬ ਜੀ ਜੇ ਕਿਤੇ ਰੁਕ ਜਾਏ ਨਾ ਇਹ ਰੁਕ, ਫਿਰ ਇਹਦੇ ਵਰਗਾ ਮੋਲਕ ਪਦਾਰਥ ਨਹੀਂ ਹੈ ਕੋਈ ਸੰਸਾਰ ਵਿੱਚ। बिन रोके सब फोक पठन पुन सुनन जो। ਜੇ ਮਨ ਨਹੀਂ ਰੁਕਿਆ ਤੇ ਬਿਨਾਂ ਰੋਕਿਆਂ ਇਹ ਪੜਨਾ ਇਹ ਸੁਣਨਾ ਸਭ ਫੋਕ ਹੈ, ਕਿਸੇ ਕੰਮ ਦਾ ਨਹੀਂ। ਜੇ ਮਨ ਹੀ ਨਹੀਂ ਰੁਕਿਆ, ਮਨ ਹੀ ਨਹੀਂ ਟਿਕਿਆ ਸ਼ਬਦ ਵਿੱਚ, ਫਿਰ ਕਾਹਦਾ ਪੜਨਾ ਤੇ ਕਾਹਦਾ ਸੁਣਨਾ। ਫਿਰ ਪੜਨਾ ਸੁਣਨਾ ਫੋਕ ਹੈ ਜੇ ਇਹ ਮਨ ਨਹੀਂ ਰੁਕਿਆ। हो प्रेम न उपजत रांच रहे बिन गुणन सो। ਜੇ ਮਨ ਫਿਰ ਪ੍ਰੇਮ ਹੀ ਨਹੀਂ ਪੈਦਾ ਹੋਣਾ। ਪ੍ਰੇਮ ਤਾਂ ਪੈਦਾ ਹੋਵੇਗਾ ਜੇ ਮਨ ਟਿਕੇਗਾ। ਜੇ ਮਨ ਹੀ ਨਹੀਂ ਟਿਕਿਆ, ਪੜਿਆ ਸੁਣਿਆ ਤੇ ਪ੍ਰੇਮ ਕਿਵੇਂ ਪੈਦਾ ਹੋਵੇਗਾ। ਤੇ ਬਿਨਾਂ ਪ੍ਰੇਮ ਤੋਂ ਪਾਰ ਬ੍ਰਹਮ ਪਰਮੇਸ਼ਰ ਦਾ ਸਰੂਪ ਨਹੀਂ ਜੇ ਲੱਭਦਾ ਨਵਾਬ ਸਾਹਿਬ। ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ ਖਾਨ ਜੀ। पारद अंगुरी तरे स्थिर क्यों होते है। ਪਾਰਾ ਹੁੰਦਾ ਨਾ ਪਾਰਾ, ਉਹਨੂੰ ਉਂਗਲੀ ਥੱਲੇ ਦੱਬ ਕੇ ਰੱਖੀਏ ਤੇ ਟਿਕਦਾ ਨਹੀਂ। ਜੇ ਉਹ ਉਂਗਲੀ ਥੱਲੇ ਦਬਾ ਕੇ ਵੀ ਪਾਰਾ ਨਹੀਂ ਟਿਕਦਾ। करे प्रयत्न अनेक सो वहर उदोत है। ਪਰ ਜੇ ਯਤਨ ਕਰੀਏ ਉਹਨੂੰ ਰੋਕਣ ਦਾ ਪਾਰੇ ਨੂੰ, ਜਿਵੇਂ ਜਿਵੇਂ ਉਂਗਲੀ ਥੱਲੇ ਦੱਬੀਏ ਉਹ ਫਿਰ ਨਿਕਲ ਜਾਂਦਾ, ਫਿਰ ਦੱਬੀਏ ਫਿਰ ਨਿਕਲ ਜਾਂਦਾ, ਉਹ ਟਿਕਦਾ ਨਹੀਂ। जबे सिद्ध मिल जात मार थिर करते हैं। ਪਰ ਜਦੋਂ ਕੋਈ ਸਿੱਧ ਪੁਰਸ਼ ਮਿਲ ਜਾਏ ਨਾ ਤੇ ਉਸੇ ਪਾਰੇ ਨੂੰ ਮਾਰ ਕੇ ਉਹਦੀ ਭਸਮ ਬਣਾ ਲੈਂਦਾ। ਪਾਰੇ ਨੂੰ ਮਾਰ ਕੇ ਨਾ ਉਹਦਾ ਰਸਾਇਣ ਬਣਾ ਲੈਂਦਾ। ਜੇ ਪਾਰਾ ਮਾਰਨਾ ਬੜਾ ਔਖਾ ਹੁੰਦਾ, ਪਰ ਉਹਨੂੰ ਮਾਰਦਿਆਂ ਮਾਰਦਿਆਂ ਜੇ ਪਾਰਾ ਭਸਮ ਬਣ ਜਾਏ। हों त्यों मन सत गुर मिले स्थिरता तरत है। ਜਦੋਂ ਭਸਮ ਬਣ ਜਾਂਦਾ ਨਾ ਫਿਰ ਟਿਕ ਜਾਂਦਾ। ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਇਹ ਮਨ ਪਾਰਾ ਹੈ, ਆਪਣੇ ਯਤਨ ਨਾਲ ਨਹੀਂ ਜੇ ਟਿਕਦਾ। ਪਰ ਜੇ ਕਿਤੇ ਗੁਰੂ ਰੂਪੀ ਸਿੱਧ ਮਿਲ ਜਾਏ ਨਾ, ਆਹਾ ਗੁਰੂ ਰੂਪੀ ਸਿੱਧ ਮਿਲ ਜਾਏ ਤੇ ਗੁਰੂ ਸਿੱਧ ਨਾਲ ਮਿਲ ਕੇ ਪਾਰੇ ਵਾਂਗੂ ਹੋਇਆ ਚੰਚਲ ਮਨ ਮਾਰਿਆ ਜਾਂਦਾ ਹੈ। ज्यों तो रंग मुख तान अजान सऊर को। ਗੁਰੂ ਦੀ ਕਿਰਪਾ ਨਾਲ ਟਿਕ ਜਾਂਦਾ। ਫਿਰ ਦੂਜੀ ਉਦਾਹਰਣ ਦਿੰਦੇ ਮਹਾਰਾਜ, ਕਹਿੰਦੇ ਜਿਵੇਂ ਕੋਈ ਬੜਾ ਚੰਚਲ ਘੋੜਾ ਹੁੰਦਾ ਨਾ ਬਲੀ, ਉਹਦੇ ਤੇ ਸਵਾਰ ਹੋਵੇ ਕੋਈ ਸ਼ਾਹ, ਤੇ ਸ਼ਾਹ ਸਵਾਰ ਹੋ ਕੇ ਉਸ ਚੰਚਲ ਤੇ ਬਲੀ ਘੋੜੇ ਨੂੰ ਆਪਣੇ ਕਾਬੂ ਵਿੱਚ ਕਰ ਲੈਂਦਾ ਹੈ।
ਸਵੇਛਾ ਤਰ ਲੰਗ ਦੂਰ ਦੇਤ ਦੁਖ ਪੂਰ ਕੋ। ਕਹਿੰਦੇ ਜੇ ਉਹ ਚੰਚਲ ਘੋੜਾ ਨਾ ਉਦਾਂ ਕਾਬੂ ਨਹੀਂ ਆਉਂਦਾ, ਬੜਾ ਦੁੱਖ ਦਿੰਦਾ। ਉਹ ਮੂੰਹ ਤਾਣਾ ਹੋ ਕੇ ਭੱਜਦਾ, ਕਦੇ ਚਰਖੀ ਮਾਰਦਾ, ਕਦੇ ਸਵਾਰ ਨੂੰ ਸੁੱਟਦਾ। ਚੜੇ ਸੁਜਾਨ ਸੌਰ ਕਸਾ ਕਰ ਲਏ ਕੈ। ਉਸ ਘੋੜੇ ਤੇ ਕੋਈ ਮਾੜਾ ਸਵਾਰ ਹੋਵੇ ਉਹਦੀ ਲੱਤ ਬਾਂਹ ਤੋੜ ਦਿੰਦਾ, ਪਰ ਜੇ ਕੋਈ ਚੰਗਾ ਚੰਡਿਆ ਹੋਇਆ ਸਵਾਰ ਉਸ ਘੋੜੇ ਤੇ ਸਵਾਰ ਹੋਵੇ ਨਾ, ਤੇ ਉਹ ਸਵਾਰ ਹੋਣ ਤੋਂ ਪਹਿਲਾਂ ਆਪਣੇ ਹੱਥ 'ਚ ਇੱਕ ਚਾਬਕ ਰੱਖਦਾ। ਉਹ ਚਾਬਕ ਰੱਖ ਕੇ ਹੱਥ ਵਿੱਚ ਫਿਰ ਉਸ ਘੋੜੇ ਤੇ ਸਵਾਰ ਹੁੰਦਾ ਹੈ। ਹੋਂ ਕਰੇ ਸੋ ਬਸ ਮੁਖ ਮੈਂ ਕੰਟਕਾ ਦਏ ਕੈ। ਉਹਦੇ ਮੂੰਹ 'ਚ ਕੰਡਿਆਲਾ ਪਾ ਕੇ ਨਾ, ਕੰਡਿਆਂ ਵਾਲਾ ਇੱਕ ਕੰਡਿਆਲਾ ਹੁੰਦਾ ਲਗਾਮ, ਉਹ ਪਾ ਕੇ ਫਿਰ ਉਸ ਹੱਥ ਦੇ ਵਿੱਚ ਉਹ ਰੱਖਦਾ ਸੋਟੀ ਛੜੀ ਚਾਬਕ। ਉਹਦੇ ਨਾਲ ਤੇ ਕੰਡਿਆਲੇ ਦੇ ਨਾਲ ਫਿਰ ਉਸ ਘੋੜੇ ਨੂੰ ਕਾਬੂ ਕਰਕੇ ਆਪਣੀ ਮਰਜ਼ੀ ਦੀ ਚਾਲ ਚਲਾਉਂਦਾ ਹੈ। ਸਤਿਗੁਰ ਸ਼ਬਦ ਸੌਰ ਤਰੇ ਤੇ ਦੀਜੀਏ। ਇਸ ਤਰ੍ਹਾਂ ਦੌਲਤ ਖਾਨ ਇਹ ਮਨ ਹੈ ਘੋੜਾ, ਔਰ ਜਿਹੜਾ ਸਤਿਗੁਰਾਂ ਦਾ ਸ਼ਬਦ ਹੈ ਨਾ, ਇਹ ਹੈ ਸਵਾਰ। ਮਨ ਰੂਪੀ ਘੋੜੇ ਤੇ ਸਤਿਗੁਰਾਂ ਦਾ ਸ਼ਬਦ ਸਵਾਰ ਕਰਨਾ ਗੁਰੂ ਦਾ। ਉਹ ਸਵਾਰ ਬਣ ਕੇ ਇਹਦੇ ਤੇ ਬੈਠੇ। ਕਸ਼ਟ ਨਰਕ ਕੋ ਕਸਾ ਦਿਖਾਵਨ ਕੀਜੀਏ। ਫਿਰ ਇਸ ਮਨ ਨੂੰ, ਕਿਉਂਕਿ ਚਾਬਕ ਵੀ ਚਾਹੀਦੀ ਹੈ ਨਾ, ਚਾਬਕ ਕਿਹੜੀ ਹੈ? ਸ਼ਬਦ ਤਾਂ ਸਵਾਰ ਹੋ ਗਿਆ, ਤੇ ਹੱਥ ਦੇ ਵਿੱਚ ਚਾਬਕ ਕਿਹੜੀ ਫੜਨੀ ਮਨ ਰੂਪੀ ਘੋੜੇ ਨੂੰ ਡਰਾਉਣ ਲਈ? ਉਹ ਹੈ ਕਿ ਮਨਾ, ਜੇ ਆਪ ਹੁਰਮਤੀਆਂ ਕਰੇਗਾ ਨਰਕਾਂ ਵਿੱਚ ਜਾਏਗਾ, ਬੜੀ ਭਿਆਨਕ ਸਜ਼ਾ ਮਿਲੇਗੀ ਉੱਥੇ। ਏਦਾਂ ਡਰਾਉਣਾ ਇਸ ਮਨ ਰੂਪੀ ਘੋੜੇ ਨੂੰ। ਵਿਸ਼ੇ ਨ ਬਿਰਤੀ ਕਰਨ ਸੋ ਕਵਿਕਾ ਜਾਨੀਏ। ਵਿਸ਼ਿਆਂ ਵਿਕਾਰਾਂ ਵੱਲੋਂ ਨਿਰਵਿਰਤੀ ਰੱਖਣੀ। ਜੇ ਵਿਕਾਰਾਂ ਵੱਲ ਮਨ ਦੌੜੇ ਉਹਨੂੰ ਮੋੜਨਾ, ਬਾਰ-ਬਾਰ ਮੋੜਨਾ। ਕਹਿੰਦੇ ਇਸ ਮਨ ਰੂਪੀ ਘੋੜੇ ਦੇ ਮੂੰਹ ਵਿੱਚ ਲਗਾਮ ਪਾਈ ਹੋਈ ਹੈ। ਇਹ ਲਗਾਮ ਹੈ ਜਿਹੜੀ ਖਿੱਚਣੀ ਹੈ। ਹੋ ਮਨ ਤੁਰੰਗ ਇਉ ਲਖੋ ਕਰਨ ਵਸ ਠਾਨੀਏ। ਏਦਾਂ ਦੌਲਤ ਖਾਨ ਜੀ ਇਸ ਮਨ ਰੂਪੀ ਘੋੜੇ ਨੂੰ ਇਉਂ ਵਸ ਕਰੀਦਾ, ਇਉਂ ਕਾਬੂ ਕਰੀਦਾ ਹੈ। ਦੋਹਰਾ ਰਾਗ ਦ્વੈ ਕਮਲ ਪਰ ਹਰੋ ਪਾਣਾ ਪ੍ਰਭ ਕੋ ਮਨ। ਰਾਗ ਤੇ ਦ્વੈਸ਼ ਦੀ ਮੈਲ ਨੂੰ ਤਿਆਗ ਕੇ ਪਰਮੇਸ਼ਰ ਦੇ ਭਾਣੇ ਨੂੰ ਸਤ ਕਰਕੇ ਮੰਨਣਾ। ਆਹਾ, ਮਾਛੀਵਾੜੇ ਦੇ ਜੰਗਲਾਂ 'ਚ ਬਹਿ ਕੇ ਦਸਵੇਂ ਗੁਰੂ ਨਾਨਕ ਸਾਹਿਬ ਪਰਮੇਸ਼ਰ ਦੇ ਭਾਣੇ ਨੂੰ ਕਿਵੇਂ ਸਤ ਕਰਕੇ ਮੰਨਦਿਆਂ ਕੋਈ ਉਲਾਂਭਾ ਤੇ ਨਹੀਂ ਦਿੱਤਾ। ਜਿਸ ਆਲਮ ਦੇ ਵਿੱਚ ਕੋਈ ਸਧਾਰਨ ਵਿਅਕਤੀ ਹੋਵੇ ਤੇ ਪਾਗਲ ਹੋ ਜਾਏ, ਬੌਰਾ ਹੋ ਜਾਏ ਵੀ ਨਾ ਕਿਲਾ ਰਿਹਾ, ਨਾ ਪਰਿਵਾਰ ਰਿਹਾ, ਨਾ ਫੌਜਾਂ ਨੇ, ਨਾ ਰਾਜ ਸਾਜ ਹੈ, ਨਾ ਸਾਜ਼ੋ ਨਾ ਬਾਜ਼ੋ, ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ਿੰਦ ਓ ਐਸ਼ ਅਰਸ਼। ਆਹਾ, ਨਾ ਸਾਜ ਹੈ, ਨਾ ਰਾਜ ਹੈ, ਨਾ ਬਾਜ ਹੈ। ਖੁਦਾ ਨੇ ਫਿਰ ਵੀ ਐਸ਼ਾਂ ਦਾ, ਅਰਸ਼ਾਂ ਦਾ ਅਰਸ਼, ਅਰਸ਼ਾਂ ਦਾ ਜਿਹੜਾ ਐਸ਼ ਆਨੰਦ ਹੈ ਉਹ ਬਖਸ਼ਿਆ ਹੋਇਆ। ਫਿਰ ਵੀ ਨਿਰੰਕਾਰ ਨੂੰ ਲਾਂਭਾ ਨਹੀਂ ਦਿੱਤਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਦੌਲਤ ਖਾਨ ਕਦੇ ਵੀ ਨਿਰੰਕਾਰ ਨੂੰ ਲਾਂਭਾ ਨਹੀਂ ਦੇਣਾ, ਉਹਦੇ ਭਾਣੇ ਨੂੰ ਸਤ ਕਰਕੇ ਮੰਨਣਾ, ਰਾਗ ਤੇ ਦ્વੈਸ਼ ਦੀ ਮੈਲ ਨੂੰ ਤਿਆਗਣਾ ਹੈ। ਸਿਮਰ ਨਾਮ ਕਰਤਾਰ ਕੋ ਕਰੋ ਜਨਮ ਨਿਜ ਧਨ। ਕਰਤਾਰ ਦਾ ਸਿਮਰਨ ਕਰਕੇ ਆਪਣੇ ਜਨਮ ਨੂੰ ਧਨ ਕਰੋ। ਪੁੱਛਦੇ ਆ ਨਾ ਜੀ ਮਨ ਕਿਵੇਂ ਵਸ ਆਵੇਗਾ? ਗੁਰੂ ਨਾਨਕ ਸਾਹਿਬ ਨੇ ਤਰੀਕਾ ਦੱਸ ਦਿੱਤਾ, ਹੁਣ ਅਪਣਾਉਣਾ ਸਾਨੂੰ ਪੈਣਾ। ਮਨ ਰੂਪੀ ਘੋੜੇ ਤੇ ਸਤਿਗੁਰਾਂ ਦਾ ਸ਼ਬਦ ਸਵਾਰ ਰੱਖਣਾ, ਇਹਨੂੰ ਵਿਹਲਾ ਨਹੀਂ ਰਹਿਣ ਦੇਣਾ। ਜੇ ਵਿਹਲਾ ਛੱਡਿਆ ਤੇ ਫਿਰ ਇਹਨੇ ਦੁਲੱਤੇ ਮਾਰਨੇ ਆ। ਮਨ ਰੂਪੀ ਘੋੜੇ ਤੇ ਗੁਰੂ ਕਾ ਸ਼ਬਦ ਸਵਾਰ ਰਹੇ, ਵਾਹਿਗੁਰੂ ਜਪਜੀ ਸਾਹਿਬ ਦੀ ਬਾਣੀ, ਸਿਮਰਨ ਭਜਨ, ਤੇ ਫਿਰ ਇਹਨੂੰ ਡਰਾਉਣਾ ਵੀ ਹੈ। ਜੇ ਭੱਜ ਕੇ ਜਾਵੇ ਨਾ ਵਿਕਾਰਾਂ ਵਾਲੇ ਪਾਸੇ ਤੇ ਚਾਬਕ ਮਾਰਨੀ ਆ, ਡਰਾਉਣਾ। ਚਾਬਕ ਕਿਹੜੀ ਆ? ਮਨਾ, ਆ ਮਾੜੇ ਭੈੜੇ ਕੰਮਾਂ ਵਿੱਚ ਜਾਏਗਾ ਤੇ ਲਾਹਨਤਾਂ ਮਿਲਣਗੀਆਂ, ਅੱਗੇ ਨਰਕਾਂ ਵਿੱਚ ਸਜ਼ਾ ਪਾਵੇਂਗਾ। ਇਉਂ ਇਸ ਮਨ ਨੂੰ ਕਾਬੂ ਕਰੀਦਾ। ਇਹ ਸਾਧਨਾ ਹੈ, ਗੁਰਸਿੱਖ ਇਉਂ ਸਾਧਨਾ ਕਰਦੇ ਨੇ।
ਮਹਾਰਾਜ ਜੀ ਕਹਿੰਦੇ ਦੌਲਤ ਖਾਨ ਇਸ ਤਰ੍ਹਾਂ ਸਾਧਨਾ ਕਰ, ਕਰਤਾਰ ਦਾ ਸਿਮਰਨ ਕਰ, ਭਜਨ ਕਰ। ਸੁਨ ਸਤਿਗੁਰ ਉਪਦੇਸ਼ ਕੋ ਧਾਰ ਹਿਰਦੇ ਮੈਂ ਲੀਨ। ਸਤਿਗੁਰਾਂ ਦਾ ਸੁੰਦਰ ਉਪਦੇਸ਼ ਦੌਲਤ ਖਾਨ ਨੇ ਸੁਣਿਆ ਔਰ ਆਪਣੇ ਹਿਰਦੇ ਵਿੱਚ ਵਸਾ ਲਿਆ। ਕਰ ਬੰਦੇ ਬੰਧਨ ਕਰੀ ਬੋਲਿਓ ਬਚਨ ਪ੍ਰਬੀਨ। ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਤੇ ਬੰਦਨਾ ਕੀਤੀ ਤੇ ਬੋਲਿਆ, ਅੜਿਲ ਦਾਮ ਸਾਤ ਸੇ ਸਾਠ ਕਹੋ ਕਿਆ ਕੀਜੀਏ। ਮਹਾਰਾਜ ਕਿਰਪਾ ਕੀਤੀ ਆਪ ਜੀ ਨੇ ਮੇਰੇ ਤੇ ਤਰਸ ਕਰਕੇ ਆਪ ਜੀ ਨੇ ਪਰਉਪਕਾਰ ਕੀਤਾ ਹੈ। ਮਹਾਰਾਜ ਹੁਣ ਜਿਸ ਮਸਲੇ ਲਈ ਮੈਂ ਤੁਹਾਨੂੰ ਸੱਦਿਆ ਸੀ ਉਹ ਵੀ ਸੁਣੋ। 760 ਰੁਪਏ ਤੁਹਾਡੇ ਮੇਰੇ ਵੱਲ ਵਧੇ ਹਨ। ਤੁਹਾਡਾ ਹੁਕਮ ਹੋਇਆ ਕਿ ਮੈਂ ਖੁਦਾ ਦੇ ਪੈਸੇ ਨੇ ਤੇ ਖੁਦਾ ਦੇ ਫਕੀਰਾਂ 'ਚ ਖਰਾਇਤ ਵਜੋਂ ਵੰਡਦੇ ਹਾਂ। ਮਹਾਰਾਜ ਉਧਰ ਤੁਹਾਡੇ ਸਹੁਰਾ ਸਾਹਿਬ ਬਾਬਾ ਮੂਲ ਚੰਦ ਜੀ ਆਏ, ਉਹ ਕਹਿੰਦੇ ਆ ਵੀ ਇਹ ਪੈਸੇ ਗੁਰੂ ਨਾਨਕ ਸਾਹਿਬ ਦੇ ਬੱਚਿਆਂ ਨੂੰ ਦੇਣੇ ਆ। ਮਹਾਰਾਜ ਹੁਣ ਮੈਂ ਦੁਚਿੱਤੀ ਵੇਚਾਂ ਵੀ ਕੀ ਕਰਾਂ? ਤੁਹਾਡਾ ਹੁਕਮ ਮੰਨਾਂ ਕਿ ਬਾਬੇ ਮੂਲ ਚੰਦ ਜੀ ਦੀ ਬੇਨਤੀ ਨੂੰ ਮੰਨਾਂ? ਆਪ ਜੀ ਹੁਣ ਤੁਹਾਡੇ ਪੈਸੇ ਆਪ ਹੀ ਫੈਸਲਾ ਕਰ ਦਿਓ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੌਲਤ ਖਾਨ ਦੇ ਨਾਲ ਵਾਰਤਾ ਕਰ ਰਹੇ ਨੇ। ਮਹਾਰਾਜ ਜੀ ਕਹਿੰਦੇ ਅਸੀਂ ਤਾਂ ਦੇ ਦਿੱਤੇ ਆ ਦੌਲਤ ਖਾਨ, ਹੁਣ ਤੇਰੀ ਮਰਜ਼ੀ, ਜੋ ਤੂੰ ਮਰਜ਼ੀ ਕਰ। ਅਸੀਂ ਤਾਂ ਦੇ ਦਿੱਤੇ, ਹੁਣ ਇਹਦੇ ਤੇ ਸਾਡਾ ਹੱਕ ਨਹੀਂ ਰਿਹਾ। ਜਿਹੜੀ ਚੀਜ਼ ਦੇ ਦਿਓ ਨਾ, ਦਿੱਤੀ ਹੋਈ ਵਸਤੂ ਤੇ ਫਿਰ ਕੋਈ ਹੱਕ ਨਹੀਂ ਰਹਿ ਜਾਂਦਾ ਜਿਹੜਾ ਦਾਨ ਹੀ ਕਰ ਦਿੱਤਾ। ਅੱਜ ਵਾਂਗੂ ਥੋੜੀ ਸਨ ਮਹਾਰਾਜ ਸੱਚੇ ਪਾਤਸ਼ਾਹ ਪੂਰਨੇ ਪਾ ਰਹੇ ਆ ਸਿੱਖਾਂ ਨੂੰ ਵੀ ਸਿੱਖੋ ਜਿਹੜੀ ਚੀਜ਼ ਦਾਨ ਕਰ ਦਈਏ ਨਾ ਉਹਦੇ ਤੇ ਮੈਂ ਮੇਰੀ ਨਹੀਂ ਲਾਗੂ ਕਰੀ ਦੀ ਵੀ ਮੇਰੀ ਵਸਤੂ ਹੈ। ਅੱਜ ਜਿਵੇਂ ਕਈ ਆ ਕੇ ਪੁੱਛ ਲੈਂਦੇ ਜੀ ਮੈਂ ਆਹ ਚੀਜ਼ ਗੁਰਦੁਆਰੇ ਚੜਾਈ ਸੀ, ਕਿੱਥੇ ਹੈ? ਪੁੱਛੋ ਕਦੋਂ ਚੜਾਈ ਸੀ? ਹੋ ਗਏ ਜੀ 5-7 ਸਾਲ। ਉਹ ਦਾਨ ਕਰਨ ਤੋਂ ਬਾਅਦ ਵੀ ਅਪਣੱਤ ਰਹੀ ਤੇ ਫਿਰ ਕਾਹਦਾ ਦਾਨ ਕੀਤਾ? ਮਹਾਰਾਜ ਕਹਿੰਦੇ ਸਾਡੇ ਨਹੀਂ ਹੋਣੇ, ਤੈਨੂੰ ਦਿੱਤੇ, ਤੇਰੀ ਜੋ ਮਰਜ਼ੀ ਤੂੰ ਕਰ। ਆਪ ਹੀ ਕਹਿੰਦਾ ਮਹਾਰਾਜ ਮੇਰਾ ਮਨ ਏਦਾਂ ਵੀ ਫਿਰ ਮੈਂ ਦੋਵੇਂ ਪੱਖ ਹੀ ਰੱਖ ਲਾਂ ਵੀ 760 ਰੁਪਏ ਚੋਂ ਅੱਧੇ ਮੈਂ ਫਕੀਰਾਂ ਨੂੰ ਦੇ ਦਿਆਂ, ਤੁਹਾਡਾ ਬਚਨ ਮੰਨ ਲਵਾਂ, ਤੇ ਅੱਧੇ ਜਿਹੜੇ ਨੇ ਉਹ ਬਾਬੇ ਮੂਲ ਚੰਦ ਨੂੰ ਦੇ ਦਿਆਂ। ਇਹ ਫੈਸਲਾ ਹੋ ਰਿਹਾ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਰੱਖੋ ਰਾਖਣ ਹਾਰ ਦਿਆਲਾ, 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 ਰੱਖੋ ਰਾਖਣ ਹਾਰ ਦਿਆਲਾ। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਕਰ ਕੇ ਗੋਲੇ, ਨਾਨਕ ਕਰ ਕੇ ਗੋਲੇ। ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ। ਏ
ਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ हे ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ हे ਗੋਬਿੰਦ ਹੈ ਗੁਣ ਨਿਧਾਨ ਜਾਂ ਕੇ ਸਦਾ ਬਵੇਕ हे ਅਪਰੰਪਰ ਹਰ ਹਰੇ ਐ ਪੀਓ ਅਣਹਾਰੇ ਸੰਤ ਕੈ ਸਦਾ ਸੰਗ ਨਿਧਾਰਾ ਆਧਾਰ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਇਹ ਪਰੋਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਗੁਰੂ ਨਾਮ ਜਹਾਜ ਹੈ ਜੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰਨ ਆਰ ਗੁਰੂ ਨਾਮ ਜਹਾਜ ਹੈ ਜੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰਨ ਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ। 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 ਸ਼੍ਰੀ ਵਾਹਿਗੁਰੂ
गुरु जी वाहे गुरु वाहे गुरु जी वाहे गुरु 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 हे प्राणनाथ गोविंद हे कृपा निधान जगत गुरु हे संसार ताप हरण करुणा में सब दुख हरो हे शरण जोग दयाले